ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵਾ, ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਸ੍ਰੀ ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸੋ ਕਹੂੰ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਹਿਜ ਵੀਰ ਤੇ ਸਭ ਸੁਣਿਓ, ਗਿਰੀ ਸਵਰਨ ਬਿਰਤਾਂਤ। ਸੈਨ ਗੁਰੂ ਪਰ ਦਰਬ ਦੇ, ਧਿਆਏ ਦਰਨ ਪਰਿਆਤ। ਦੋਹਰਾ ਸਹਿਜ ਵੀਰ ਤੇ ਸਭ ਸੁਣਿਓ, ਗਿਰੀ ਸਵਰਨ ਬਿਰਤਾਂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਤੇ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਅੰਤਰਯਾਮੀ ਪਰਮੇਸ਼ਵਰ ਸਰੂਪ, ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਨਗਰ ਤੱਲਣ, ਜ਼ਿਲ੍ਹਾ ਜਲੰਧਰ ਵਿਖੇ ਦੁਆਬੇ ਦੀ ਧਰਤੀ ਦੇ ਉੱਤੇ ਗੁਰੂ ਕੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਮੇਂ ਦੀਵਾਨ ਵਿੱਚ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦੀਦਾਰੇ, ਗੁਰੂ ਕੀ ਬਾਣੀ ਦਾ ਕੀਰਤਨ ਤਥਾ ਰਹਿਰਾਸ ਸਾਹਿਬ ਦਾ ਪਾਠ ਗੁਰੂ ਕੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕਰਕੇ ਆਨੰਦ ਮਾਣਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਆਓ ਜਿਵੇਂ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖ ਕੇ ਬਹੁਤ ਵੱਡਾ ਪਰ ਉਪਕਾਰ ਦਾ ਕਾਰਜ ਕੀਤਾ ਹੈ। ਤੇ ਇਸ ਇਤਿਹਾਸ ਦੇ ਵਿੱਚੋਂ ਜੋ ਅੱਜ ਪ੍ਰਸੰਗ ਆ ਰਿਹਾ ਹੈ, ਸੋ ਉਸ ਨੂੰ ਸਰਵਣ ਕਰਕੇ ਆਨੰਦ ਮਾਣੀਏ। ਪਿੱਛੇ ਆਪਾਂ ਕੱਲ੍ਹ ਸਰਵਣ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ
ਪਹਾੜੀ ਰਾਜਿਆਂ ਨੇ ਇੱਕ ਗੁਪਤ ਤਰੀਕੇ ਦੇ ਨਾਲ ਹਮਲਾ ਕਰਵਾਇਆ। ਸਤਿਗੁਰੂ ਜੀ ਚਮਕੌਰ ਸਾਹਿਬ ਵਿਖੇ ਕੁਝ ਦਿਨਾਂ ਦੇ ਲਈ ਵਿਰਾਜੇ ਹਨ। ਤਾਂ ਇਹਨਾਂ ਨੇ ਅਲਫ ਖਾਨ ਅਤੇ ਸੈਦ ਬੇਗ ਨਾਂ ਦੇ 2 ਤੁਰਕ ਜਰਨੈਲਾਂ ਨੂੰ, ਜਿਨ੍ਹਾਂ ਦੇ ਕੋਲ ਦੋਵਾਂ ਕੋਲੇ 5-5 ਹਜ਼ਾਰ ਕੁੱਲ 10,000 ਫੌਜ ਸੀ, ਸਤਿਗੁਰੂ ਸਾਹਿਬ ਜੀ ਦੇ ਉੱਤੇ ਚੜ੍ਹਾ ਕੇ ਲਿਆਂਦਾ, ਲਾਲਚ ਦੇ ਕੇ ਕਿ ਤੁਹਾਨੂੰ ਜਿੰਨਾ ਰਸਤਾ ਵੱਧ ਪਵੇਗਾ ਦੂਜੇ ਪਾਸੇ ਦੀ ਜਾਣਾ ਹੈ, ਤੁਸੀਂ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਲੰਘ ਕੇ ਲੁਧਿਆਣੇ ਦੇ ਰਸਤੇ ਦਿੱਲੀ ਨਾ ਜਾਓ, ਕਿਉਂਕਿ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਅਤੇ ਆਖਿਆ ਕਿ ਤੁਸੀਂ ਅਨੰਦਪੁਰ ਸਾਹਿਬ ਵਾਲੇ ਪਾਸਿਓਂ ਜਾਓ, ਉੱਥੇ ਗੁਰੂ ਰੜੇ ਮੈਦਾਨ ਬੈਠਾ ਹੈ, ਕੋਲ ਬਹੁਤੀਆਂ ਫੌਜਾਂ, ਸਿੰਘ ਖਾਲਸਾ ਵੀ ਨਹੀਂ ਹੈ, ਹਥਿਆਰ ਵੀ ਬਹੁਤੇ ਨਹੀਂ, ਅਤੇ ਇੱਕਦਮ ਜਾ ਕੇ ਉਹਨਾਂ ਨੂੰ ਦਬੋਚ ਲਵੋ, ਜਾਂ ਤਾਂ ਗ੍ਰਿਫਤਾਰ ਕਰ ਲਵੋ ਅਤੇ ਜਾਂ ਉਹਨਾਂ ਨੂੰ ਮਾਰ ਮੁਕਾਓ, ਜਾਂ ਗੁਰੂ ਡਰਦਾ ਮਾਰਿਆ ਭੱਜ ਜਾਵੇਗਾ ਅਤੇ ਇਸ ਤਰ੍ਹਾਂ ਸਾਡਾ ਰਸਤਾ ਸਾਫ਼ ਹੋ ਜਾਵੇਗਾ, ਗੁਰੂ ਇੱਧਰ ਮੁੜ ਕੇ ਦੁਬਾਰਾ ਮੂੰਹ ਨਹੀਂ ਕਰੇਗਾ ਅਤੇ ਸਾਡੀ ਹੀ ਇੱਥੇ ਸਲਤਨਤ ਪਹਾੜੀ ਰਾਜਿਆਂ ਦੀ, 22 ਧਾਰ ਦੇ ਰਾਜਿਆਂ ਦੀ ਕਾਇਮ ਦਾਇਮ ਰਹੇਗੀ। ਸਤਿਗੁਰੂ ਜੀ ਦੇ ਨਾਲ ਅਕਾਰਨ ਹੀ ਵੈਰ ਰੱਖਦੇ ਸਨ। ਸਤਿਗੁਰੂ ਜੀ ਚੜ੍ਹਤ ਨੂੰ ਵੇਖਦਿਆਂ ਹੋਇਆਂ ਸਤਿਗੁਰ ਦੇ ਰਣਜੀਤ ਨਗਾਰੇ ਨੂੰ, ਸਤਿਗੁਰ ਦੀਆਂ ਫੌਜਾਂ ਨੂੰ ਦੇਖ ਦੇਖ ਕੇ ਇਹਨਾਂ ਦੇ ਦਿਲ ਬੈਠਦੇ ਰਹਿੰਦੇ ਸਨ। ਸੋ ਇਸ ਪ੍ਰਕਾਰ ਇਹ ਬਹੁਤ ਸਾਰੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਸਨ। ਸੋ ਇਹ ਸਾਜ਼ਿਸ਼ ਰਚ ਕੇ ਇਹਨਾਂ ਨੇ ਇਹਨਾਂ ਦੋਵਾਂ ਜਰਨੈਲਾਂ ਨੂੰ ਲਾਲਚ ਦੇ ਕੇ ਭੇਜਿਆ। ਜਿਉਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਖਬਰ ਹੋਈ, ਸਤਿਗੁਰੂ ਜੀ ਨੇ ਗਿਣਤੀ ਦੇ ਯੋਧਿਆਂ ਨੂੰ ਤਿਆਰ ਕੀਤਾ ਕਿ ਘੋੜਿਆਂ ਉੱਤੇ ਸਵਾਰ ਹੋ ਜਾਓ, ਆਪੋ ਆਪਣੇ ਹਥਿਆਰ ਸੰਭਾਲ ਲਓ, ਖਾਲਸਾ ਜੀ ਵੈਰੀ ਚੜ੍ਹ ਕੇ ਆ ਰਿਹਾ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਚਾਟਾ ਛਕਾਓ, ਜਾ ਕੇ ਚੰਗੀ ਤਰ੍ਹਾਂ ਸੋਧਾ ਲਾਓ। ਸਤਿਗੁਰੂ ਜੀ ਦੇ ਬਚਨ ਸੁਣ ਕੇ ਖਾਲਸੇ ਨੂੰ ਚੜ੍ਹ ਜੋਸ਼ ਗਿਆ ਅਤੇ ਗੁਰਮੁਖ ਪਿਆਰਿਓ ਜਾ ਕੇ ਸਿੱਧੇ ਮੱਥੇ ਵੈਰੀ ਦੇ ਨਾਲ ਟੱਕਰੇ, ਰਸਤਾ ਰੁਕਿਆ। ਉੱਧਰ ਸਤਿਗੁਰੂ ਸਾਹਿਬ ਜੀ ਇੱਕ ਜਗ੍ਹਾ ਦੇ ਉੱਤੇ ਖਲੋ ਕੇ ਵੇਖ ਰਹੇ ਹੈ। ਸਤਿਗੁਰੂ ਜੀ ਦੇ ਉੱਤੇ ਹਮਲਾਵਰ ਹੋ ਕੇ ਆਏ ਇਹ ਅਲਫ ਖਾਨ ਅਤੇ ਸੈਦ ਖਾਨ, 2 ਜਰਨੈਲ। ਇਹਨਾਂ ਵਿੱਚੋਂ ਜਿਹੜਾ ਸੈਦ ਖਾਨ ਜਾਂ ਸੈਦ ਬੇਗ ਸੀ, ਸੋ ਇਹ ਸੈਦੇ ਬੇਗ ਨੇ ਵੇਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਹਮਣੇ ਖੜ੍ਹੇ ਆ। ਜਦੋਂ ਦਰਸ਼ਨ ਕੀਤੇ ਤੇ ਮਨ ਵਿੱਚ ਇੱਕਦਮ ਠੰਡ ਪੈ ਗਈ, ਕਿਉਂਕਿ ਸਤਿਗੁਰੂ ਦਾ ਦਰਸ਼ਨ ਹੈ ਹੀ ਐਸਾ ਨਾ, ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਕੇ ਤੇ ਜਨਮਾਂ ਮਰਨਾਂ ਦੇ ਦੁੱਖ ਕੱਟੇ ਜਾਂਦੇ ਆ। ਅਤੇ ਸੈਦੇ ਬੇਗ ਦੇ ਵੀ ਕੋਈ ਭਾਗ ਜਾਗੇ। ਸਤਿਗੁਰੂ ਦੇ ਦੀਦਾਰ ਦੀ ਐਸੀ ਇਹਨੂੰ ਖਿੱਚ ਪਈ, ਇੱਕਦਮ ਮਨ ਦੇ ਵਿੱਚ ਆਇਆ ਕਿ ਸੈਦਾ ਬੇਗ ਤੂੰ ਐਡਾ ਵੱਡਾ ਜਰਨੈਲ ਹੋ ਕੇ ਅਤੇ ਐਵੇਂ ਅਕਾਰਨ ਗੁਰੂ ਦੇ ਉੱਤੇ ਚੜ੍ਹਾਈ ਕਰਕੇ ਹਮਲਾ ਕਰਨਾ ਚਾਹੁੰਦਾ, ਗੁਰੂ ਨੇ ਤੇਰਾ ਕੀ ਵਿਗਾੜਿਆ? ਜਿਸ ਗੁਰੂ ਨੂੰ ਸਾਰੀ ਦੁਨੀਆ ਮੱਥਾ ਟੇਕਦੀ ਹੈ, ਸੀਸ ਝੁਕਾਉਂਦੀ ਹੈ, ਉਹ ਲੋਕ ਪਰਲੋਕ ਦੇ ਰਾਖੇ ਦੇ ਉੱਤੇ, ਨਿਰਵੈਰ ਦੇ ਉੱਤੇ ਤੂੰ ਵੈਰ ਕਰਕੇ, ਵੈਰ ਭਾਵਨਾ ਕਰਕੇ ਹਮਲਾ ਕਰਨਾ ਚਾਹੁੰਦਾ ਹੈ, ਗੁਰੂ ਦਾ ਨੁਕਸਾਨ ਕਰਨਾ ਚਾਹੁੰਦਾ ਹੈ। ਇੱਕਦਮ ਇਹਦੇ ਮਨ ਨੇ ਪਲਟਾ ਖਾਧਾ, ਮਾਨੋ ਕਿ ਜਿਵੇਂ ਸੁੱਤਾ ਹੋਇਆ ਇਹਦਾ ਪ੍ਰੇਮ ਜਾਗ ਪਿਆ। ਗੁਰੂ ਪ੍ਰਤੀ ਸ਼ਰਧਾ ਐਸੀ ਬਣੀ, ਆਪਣੇ ਨਾਲ ਦੇ 5000 ਸੂਰਮੇ ਨੂੰ ਕਹਿਣ ਲੱਗਾ ਕਿ ਅਸੀਂ ਗੁਰੂ ਸਾਹਿਬ ਦੇ ਉੱਤੇ ਹਮਲਾ ਨਹੀਂ ਕਰਾਂਗੇ, ਤੁਸੀਂ ਇੱਦਾਂ ਕਰੋ ਕਿ ਆਪਾਂ ਜਦੋਂ ਫੌਜ ਆਪਣੀ ਬਾਕੀ ਜਿਹੜੀ ਤੁਰਕਾਂ ਦੀ ਸੈਨਾ ਹਮਲਾ ਕਰੇਗੀ ਨਾ, ਤਾਂ ਉਸ ਵੇਲੇ ਆਪਾਂ ਉਹਨਾਂ ਦਾ ਹੀ ਮੂੰਹ ਮੋੜਾਂਗੇ, ਗੁਰੂ ਵੱਲੋਂ ਹੋ ਕੇ ਲੜਾਂਗੇ, ਸਿੰਘਾਂ ਦਾ ਸਾਥ ਦੇਵਾਂਗੇ। ਇਹ ਮਨ ਵਿੱਚ ਭਾਵਨਾ ਕਰਕੇ ਜਦੋਂ ਮੈਦਾਨੇ ਜੰਗ ਭਖਿਆ, ਨਗਾਰੇ ਦੇ ਉੱਤੇ ਚੋਟਾਂ ਲੱਗੀਆਂ, ਦੋਵਾਂ ਪਾਸਿਆਂ ਦੇ ਸੂਰਮੇ ਮੈਦਾਨੇ ਜੰਗ ਵਿੱਚ ਆ ਕੇ ਡਟ ਗਏ, ਮਾਰੋ ਮਾਰ ਸ਼ੁਰੂ ਹੋ ਗਈ। ਤਾਂ ਇਹ ਸੈਦਾ ਬੇਗ ਇਹਨੇ ਪਹਿਲਾਂ ਹੌਲੀ ਹੌਲੀ ਅਤੇ ਫਿਰ ਬੜੇ ਜ਼ੋਰ ਦੇ ਨਾਲ ਉਹ ਤੁਰਕ ਫੌਜਾਂ ਨੂੰ ਵਾਪਸ ਭਜਾਇਆ। ਇਹਦੇ ਨਾਲ ਦੇ ਸਾਥੀ ਅਲਫ ਖਾਨ ਨੇ ਜਦੋਂ ਵੇਖਿਆ ਕਿ ਮੇਰਾ ਸਾਥੀ ਮੇਰੇ ਨਾਲੋਂ ਪਾਟ ਗਿਆ, ਦੂਜੇ ਪਾਸੇ ਹੋ ਤੁਰਿਆ ਅਤੇ ਹੁਣ ਜਿੱਤ ਕਾਹਦੀ ਹੋਣੀ ਹੈ, ਇਹ ਸਮਾਂ ਵਿਚਾਰਦਾ ਹੋਇਆ ਆਪਣੀਆਂ ਫੌਜਾਂ ਨੂੰ ਲੈ ਕੇ ਉੱਥੋਂ ਤਿੱਤਰ ਹੋ ਗਿਆ। ਇੱਧਰ ਸੈਦਾ ਬੇਗ ਸੀ ਜਿਹੜਾ ਗੁਰੂ ਕੇ ਖਾਲਸੇ ਪਾਸ ਪਹੁੰਚੇ, ਆਖਿਆ ਤੁਸੀਂ ਡਰੋ ਨਾ, ਘਬਰਾਓ ਨਾ, ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ, ਜਿਵੇਂ ਤੁਸੀਂ ਗੁਰੂ ਕੇ ਪਿਆਰੇ ਖਾਲਸੇ ਹੋ ਉਸੇ ਪ੍ਰਕਾਰ ਮੈਂ ਵੀ ਗੁਰੂ ਕਾ ਸ਼ਰਧਾਲੂ ਸੇਵਕ ਹਾਂ, ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾਓ। ਇੱਧਰ ਜੰਗ ਦੀ ਫਤਿਹ ਹੋਈ, ਸਿੰਘਾਂ ਨੇ ਜਕਾਰੇ ਨਗਾਰੇ ਖੜਕਾਉਂਦੇ ਹੋਏ ਵਾਪਸ ਚਮਕੌਰ ਸਾਹਿਬ ਵਿਖੇ ਗਏ, ਭੋਜਨ ਪ੍ਰਸ਼ਾਦਾ ਛਕਿਆ, ਸੈਦਾ ਬੇਗ ਨੂੰ ਇਹਦੀਆਂ ਫੌਜਾਂ ਨੂੰ ਛਕਾਇਆ ਅਤੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਵਾਏ। ਸਤਿਗੁਰੂ ਦੇ ਚਰਨਾਂ ਉੱਤੇ ਢਹਿ ਪਿਆ, ਡੰਡੌਤ ਬੰਦਨ ਕੀਤੀ ਅਤੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਧੰਨ ਭਾਗ ਆਪ ਜੀ ਦੇ ਦੀਦਾਰ ਹੋਏ।
ਤੇ ਸਤਿਗੁਰ ਸੱਚੇ ਪਾਤਸ਼ਾਹ ਜਾਣੀ ਜਾਣ ਸਭ ਕੁਝ। ਕਹਿੰਦੇ ਸੈਦਾ ਬੇਗ ਇਹ ਹੁਣ ਦੀ ਗੱਲ ਨਹੀਂ, ਇਹ ਤੇਰੇ ਪਿਛਲੇ ਜਨਮ ਦੀ ਭਗਤੀ ਦਾ ਪ੍ਰਤਾਪ ਹੈ। ਜਦੋਂ ਤੂੰ ਕੰਧਾਰ ਵਿਖੇ ਰਹਿੰਦਾ ਸੀ, ਸ਼ਸਤਰਧਾਰੀ ਸੂਰਮਾ ਸੀ, ਇੱਕ ਵਾਰ ਤੂੰ ਸਾਡੇ ਪਹਿਲੇ ਜਾਮੇ ਸਮੇਂ ਗੁਰੂ ਨਾਨਕ ਸਰੂਪ ਵਿੱਚ ਜਦੋਂ ਅਸੀਂ ਜਗਤ ਦਾ ਉਧਾਰ ਕੀਤਾ, ਤੂੰ ਚਰਨ ਸ਼ਰਨ ਆਇਆ ਸੀ। ਉਸ ਵੇਲੇ ਤੈਨੂੰ ਨਾਮ ਦਾ ਪਰਚਾ ਦਿੱਤਾ ਸੀ, ਨਾਮ ਦਾ ਸ਼ਬਦ ਦਿੱਤਾ ਸੀ ਕਿ ਨਾਮ ਜਪ, ਤੇ ਨਾਲ ਹੀ ਬਚਨ ਕੀਤਾ ਸੀ ਕਿ ਤੇਰੀ ਤੇਗ ਦੇ ਜੌਹਰ, ਤੇਰੇ ਸ਼ਸਤਰਾਂ ਦੇ ਜੌਹਰ ਕਦੇ ਫੇਰ ਦੇਖਾਂਗੇ। ਤੇ ਉਹ ਅੱਜ ਕਹਿੰਦੇ ਤੈਨੂੰ ਅਸੀਂ ਮੌਕਾ ਦਿੱਤਾ। ਜਿਉਂ ਹੀ ਸਤਿਗੁਰਾਂ ਨੇ ਇਹ ਬਚਨ ਕੀਤੇ, ਸੈਦੇ ਬੇਗ ਨੂੰ ਸਾਰੀ ਪਿਛਲੀ ਜਨਮ ਦੀ ਸੋਝੀ ਹੋ ਗਈ ਤੇ ਆਖਿਆ ਮਹਾਰਾਜ ਮੈਨੂੰ ਸਭ ਕੁਝ ਚੇਤੇ ਆ ਗਿਆ, ਹੁਣ ਮੈਂ ਜਾਣਾ ਨਹੀਂ ਚਾਹੁੰਦਾ, ਮੈਨੂੰ ਆਪਣੇ ਪਾਸ ਹੀ ਰੱਖ ਲਵੋ। ਫਿਰ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਗਏ। ਸੈਦਾ ਬੇਗ ਵੀ ਨਾਲ ਗੁਰੂ ਕੀ ਚਰਨ ਸ਼ਰਨ ਦੇ ਵਿੱਚ ਹੀ ਰਹਿਣ ਲੱਗ ਪਿਆ। ਜੋ ਕੁਝ ਇਹਦੇ ਕੋਲੇ ਹੈਗਾ ਸੀ, ਸਭ ਹਥਿਆਰ ਸ਼ਸਤਰ ਸਭ ਕੁਝ ਸਤਿਗੁਰੂ ਦੇ ਚਰਨਾਂ ਵਿੱਚ ਇਹਨੇ ਭੇਟਾ ਕਰ ਦਿੱਤਾ। ਸਤਿਗੁਰੂ ਨੇ ਇਹਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ, ਆਪਣੇ ਕੋਲੋਂ ਸੁੰਦਰ ਘੋੜਾ ਦਿੱਤਾ, ਸੁੰਦਰ ਸ਼ਸਤਰਾਂ ਦੀ ਬਖਸ਼ਿਸ਼ ਕੀਤੀ। ਇਉਂ ਇਹ ਗੁਰੂ ਕੀ ਚਰਨ ਸ਼ਰਨ ਆਇਆ। ਇੱਥੋਂ ਤੱਕ ਆਪਾਂ ਬੀਤੇ ਕੱਲ ਪ੍ਰਸੰਗ ਸੁਣਿਆ ਸੀ। ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਆ, ਆਓ ਉਸ ਨੂੰ ਪੜ੍ਹੀਏ ਤੇ ਵਿਚਾਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਣਾ ਸਹਿਜ ਬੇਗ ਤੇ ਸਭ ਸੁਣਿਆ ਗਰੀ ਸਵਰਨ ਬਿਰਤਾਂਤ। ਉਸ ਵੇਲੇ ਸੈਦ ਬੇਗ ਦੇ ਕੋਲੋਂ ਸਮੁੱਚੀਆਂ ਸੰਗਤਾਂ ਨੇ ਗੁਰੂ ਕੇ ਹਜ਼ੂਰੀ ਵਿੱਚ ਸਾਰਾ ਬਿਰਤਾਂਤ, ਸਾਰਾ ਹਾਲ, ਸਾਰੀ ਇਹ ਕਹਾਣੀ ਸੁਣੀ ਕਿ ਕਿਵੇਂ ਜਿਹੜੇ ਇਹ ਪਹਾੜੀ ਰਾਜਿਆਂ ਨੇ ਇਹਨਾਂ ਦੋਵੇਂ ਜਰਨੈਲਾਂ ਨੂੰ ਤਿਆਰ ਕਰਕੇ ਗੁਰੂ ਪਰ ਹਮਲਾ ਕਰਨ ਲਈ ਭੇਜਿਆ। ਇਹ ਸੈਦਾ ਬੇਗ ਸੈਦ ਬੇਗ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਧਨ ਦਾ ਲਾਲਚ ਦੇ ਕੇ ਤੇ ਤੁਹਾਡੇ ਉੱਤੇ ਚੜ੍ਹਾਈ ਕਰਨ ਵਾਸਤੇ, ਤੁਹਾਡੇ ਨਾਲ ਲੜਾਉਣ ਦੇ ਲਈ ਪਹਾੜੀ ਰਾਜੇ ਲੈ ਕੇ ਆਏ ਸਨ। ਗੁਰੂ ਕੀ ਸੰਗਤ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਵੱਡੇ ਭਰਾ ਭਾਈ ਉਦੈ ਸਿੰਘ ਜੀ ਅਤੇ ਭਾਈ ਆਲਮ ਸਿੰਘ ਨਚਣਾ ਆਦਿਕ ਸਿੱਖ ਸਾਰੀ ਸੰਗਤ, ਸਾਰੇ ਖਾਲਸਿਆਂ ਨੇ ਜਦੋਂ ਸੁਣਿਆ ਤੇ ਬੜੇ ਬਿਸਮਾਲ, ਬੜੇ ਅਚਰਜ ਜੇ ਹੋ ਗਏ, ਬੜੇ ਹੈਰਾਨ ਹੋਏ। ਕਹਿਣ ਲੱਗੇ ਕਿ ਇਹ ਜਿਹੜੇ ਪਹਾੜੀਏ ਆ ਨਾ, ਇਹ ਸਾਰੇ ਬੜੇ ਦੁਸ਼ਟ ਹੈ, ਬੜੇ ਭੈੜੇ ਬੰਦੇ ਐ ਤੇ ਮੰਦਮਤੀਏ ਹਨ, ਇਹਨਾਂ ਦੀ ਬੁੱਧੀ ਨਾਸ਼ ਹੋ ਗਈ ਹੈ। ਵੇਖੋ ਇਹਨਾਂ ਨੇ ਕਿਵੇਂ ਕਪਟ ਰਚਿਆ, ਕਿਵੇਂ ਸਾਜ਼ਿਸ਼ ਰਚੀ, ਭਾਰੀ ਦਲ ਚੜਾ ਕੇ ਲੈ ਆਂਦਾ। ਇਸ ਪ੍ਰਕਾਰ ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਵਾਨ ਵਿੱਚ ਬਿਰਾਜਮਾਨ ਹੋਏ ਹਨ ਗੁਰਦਰਬਾਰ ਦੇ ਵਿੱਚ, ਤੇ ਸਾਰਾ ਖਾਲਸਾ ਸੰਗਤਾਂ ਵੀ ਆ ਕੇ ਸਜੀਆਂ ਹਨ। ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਅਤੇ ਇਸੇ ਪ੍ਰਕਾਰ ਪਿਆਰੇ ਭਾਈ ਮੋਹਕਮ ਸਿੰਘ ਧੀਰਜ ਧਾਰੀ, ਇਸੇ ਪ੍ਰਕਾਰ ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ ਬਹਾਦਰ ਵੀਰ ਯੋਧੇ ਸੂਰਮੇ, ਇਸੇ ਪ੍ਰਕਾਰ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਵਿੱਚ 40 ਸਿੰਘਾਂ ਨੇ ਅੰਮ੍ਰਿਤ ਛਕਿਆ ਸੀ ਨਾ, ਉਹਨਾਂ ਨੂੰ ਗੁਰੂ ਪਾਤਸ਼ਾਹ ਨੇ 40 ਮੁਕਤਿਆਂ ਦੀ ਸੰਗਿਆ ਦਿੱਤੀ ਸੀ। ਇੱਕ ਤਾਂ 40 ਮੁਕਤੇ ਜੋ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਸਤਿਗੁਰੂ ਨੇ ਮੁਕਤ ਕੀਤੇ ਭਾਈ ਮਹਾ ਸਿੰਘ ਦੇ ਸਮੇਤ, ਉਹ 40 ਮੁਕਤਿਆਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਤੇ ਇੱਕ 40 ਮੁਕਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਲਕਬ ਦਿੱਤਾ ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਬਾਅਦ ਵਿੱਚ 40 ਸਿੰਘਾਂ ਨੇ ਅੰਮ੍ਰਿਤ ਛਕਿਆ। ਸੋ ਇਹਨਾਂ 40 ਸਿੰਘਾਂ ਦੇ ਵਿੱਚੋਂ ਭਾਈ ਈਸ਼ਰ ਸਿੰਘ ਜੀ, ਭਾਈ ਟੇਕ ਸਿੰਘ ਆਦਿਕ ਸਿੰਘ ਵੀ ਆਏ। ਇਹਨਾਂ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਉਸ ਵੇਲੇ ਭਾਈ ਆਲਮ ਸਿੰਘ ਨੇ ਇਹ ਗੱਲ ਆਖੀ, ਹੇ ਪ੍ਰਭੂ ਜੀ, ਹੇ ਮਾਲਕ, ਹੇ ਸੁਆਮੀ ਸਤਿਗੁਰੂ ਜੀਓ,
ਪਹਾੜੀ ਰਾਜੇ ਆ ਜਿਹੜੇ ਗਿਰਪਤੀ ਹੈ, ਉਹਨਾਂ ਦੀ ਗਤ ਜਿਹੜਾ ਉਹਨਾਂ ਦਾ ਹਾਲ ਹੈ, ਉਹਨਾਂ ਦੀ ਅਵਸਥਾ ਉਹ ਤੇ ਵਿਖਿਆਤ ਸਾਹਮਣੇ ਪ੍ਰਗਟ ਹੋ ਗਈ ਹੈ। ਉਪਰ ਤੇ ਮਿਲ ਕੀਨ ਸਮੇਲਾ। ਮਹਾਰਾਜ ਸੱਚੇ ਪਾਤਸ਼ਾਹ ਉੱਪਰੋਂ ਆਪ ਜੀ ਨੂੰ ਮਿਲ ਕੇ ਐਵੇਂ ਮੇਲਾ ਗੇਲਾ ਜਾ ਕਰਦੇ ਰਹਿੰਦੇ ਐ। ਰਾਖਿਓ ਅੰਤਰ ਕਪਟ ਦੁਹੇਲਾ। ਪਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਦਿਲਾਂ ਦੇ ਅੰਦਰ, ਇਹਨਾਂ ਦੇ ਹਿਰਦਿਆਂ ਵਿੱਚ ਬਹੁਤ ਭਾਰੀ ਕਪਟ ਹੈ, ਧੋਖਾ ਹੈ। ਸੈਨੇ ਅਚਾਨਕ ਤੁਰਕਣ ਕੇਰੇ। ਵੇਖੋ ਮਹਾਰਾਜ ਅਚਾਨਕ ਹੀ ਅਚਨਚੇਤੀ ਸੁਤੇ ਸਿੱਧੀ ਤੁਰਕਾਂ ਦੀ ਜਿਹੜੀ ਫੌਜ ਹੈ ਉਹ ਸਾਡੇ ਉੱਤੇ ਲਿਆਂਦੀ ਹੈ। ਲਰਵੇ ਹੇਠ ਆਨ ਕਰ ਘੇਰੇ। ਮਹਾਰਾਜ ਸੱਚੇ ਪਾਤਸ਼ਾਹ ਤੁਰਕਾਂ ਦੀ ਫੌਜ 10,000 ਸਾਡੇ ਨਾਲ ਲੜਨ ਦੇ ਵਾਸਤੇ ਇਹਨਾਂ ਨੇ ਆਣ ਕਰ ਗੇਰੀ ਸਾਡੇ ਤੇ ਚੜਾ ਕੇ ਲਿਆਂਦੀ। ਸੈਦਾ ਵੇਗ ਬਤਾਵਤ ਸਾਰ। ਸੈਦਾ ਵੇਗ ਨੇ ਇਹ ਸਾਰਾ ਬਰਤਾਂਤ ਹਾਲ ਦੱਸਿਆ। ਕਹਿਵੇ ਹਿਤ ਤੁਮਕੋ ਸ਼ਰਧਾਰ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਫੜਨ ਦੇ ਵਾਸਤੇ, ਗ੍ਰਿਫਤਾਰ ਕਰਨ ਵਾਸਤੇ, ਇਸ ਪ੍ਰਕਾਰ ਆਪ ਜੀ ਦਾ ਨੁਕਸਾਨ ਕਰਨ ਵਾਸਤੇ ਛਲ ਧਾਰ ਕੇ, ਕਪਟ ਧਾਰ ਕੇ। ਰਾਵਰ ਕੋ ਪ੍ਰਤਾਪ ਹੈ ਭਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰ ਆਪ ਜੀ ਦਾ ਤੇਜ ਪ੍ਰਤਾਪ ਤਾਂ ਬਹੁਤ ਭਾਰਾ ਹੈ, ਬਹੁਤ ਵੱਡਾ ਹੈ। ਸੋਏ ਨਾ ਛਾਵ ਵੀ ਸਕੈ ਗਵਾਰਾ। ਮਹਾਰਾਜ ਸੱਚੇ ਪਾਤਸ਼ਾਹ ਇਹ ਗਵਾਰ ਮੂਰਖ, ਇਹ ਤਾਂ ਆਪ ਜੀ ਦੇ ਪਰਛਾਵੇਂ ਨੂੰ ਵੀ ਨਹੀਂ ਛੂਹ ਸਕਦੇ। ਜੇਕਰ ਦਰਬ ਦੁਰਗਣ ਆਨੇ। ਹਾਂ, ਧਨ ਦੇ ਕੇ ਬਹੁਤ ਸਾਰੇ ਤੁਰਕ ਚੜਾ ਕੇ ਲਿਆਂਦੇ। ਇਸੀ ਜਤਨ ਮੈਂ ਲੱਗੇ ਮਹਾਨੇ। ਮਹਾਰਾਜ ਹਮੇਸ਼ਾ ਹੀ ਇਸੇ ਯਤਨ ਦੇ ਵਿੱਚ, ਇਸੇ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਆ ਪਹਾੜੀਏ। ਸੁਣ ਕਰ ਉਦੇ ਸਿੰਘ ਵੀ ਕਹਿਓ। ਉਸ ਵੇਲੇ ਭਾਈ ਉਦੇ ਸਿੰਘ ਵੀ ਸੁਣ ਕੇ ਕਹਿਣ ਲੱਗੇ। ਸਿਰ ਲਗ ਪੈਰ ਇਹਨੂੰ ਕੋ ਲਹਿਓ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਦੇਖਿਆ ਹੁਣ ਇਹਨਾਂ ਨੇ ਤਾਂ ਸਿਰਾਂ ਦਾ ਵੈਰ ਪਾ ਲਿਆ ਹੈ। ਸਤਿਗੁਰ ਸ਼ਿਮਾ ਧਰਤ ਹੈ ਜੋ ਜੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਇਹਨਾਂ ਨੂੰ ਮਾਫ ਕਰਦੇ ਹਨ, ਮੂਰਖ ਕਪਟ ਰਚਤ ਹੈ ਤਿਉ ਤਿਉ। ਪਰ ਇਹ ਮੂਰਖ ਮਤੀਏ, ਮੂਰਖ ਲੋਕ ਉਨਾ ਹੀ ਜ਼ਿਆਦਾ ਛਲ ਕਪਟ ਕਰਦੇ ਹਨ। ਲੈਣ ਦੇਣ ਇਨ ਕੋ ਨਹਿ ਕੋਇ। ਤੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਾਂ ਇਹਨਾਂ ਨਾਲ ਲੈਣ ਦੇਣ ਵੀ ਕੋਈ ਨਹੀਂ, ਕੋਈ ਲੈਣ ਦੇਣ ਦਾ ਹੀ ਝਗੜਾ ਹੁੰਦਾ ਹੈ ਵੀ ਕੁਝ ਲੈਣਾ ਹੈ, ਕੁਝ ਦੇਣਾ ਹੈ। ਸਤਿਗੁਰੂ ਇਹਨਾਂ ਦਾ ਕੁਝ ਦਿੰਦੇ ਨਹੀਂ, ਤੇ ਉਹ ਇਹਨਾਂ ਨਾਲ ਕੋਈ ਲੈਣ ਦੇਣ ਹੋਵੇ ਫੇਰ ਤਾਂ ਚਲੋ ਮੰਨਿਆ ਵੀ ਝਗੜਾ ਹੈ, ਪਰ ਇਹਨਾਂ ਨਾਲ ਤਾਂ ਲੈਣ ਦੇਣ ਵੀ ਕੋਈ ਨਹੀਂ, ਐਵੇਂ ਅਕਾਰਨ ਵੈਰ ਕਮਾ ਰਹੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਪਹਾੜੀ ਰਾਜੇ ਦੀਪ ਚੰਦ ਦੀ ਰਾਣੀ ਚੰਪਾ ਕੋਲੋਂ ਇਹ ਜਗ੍ਹਾ ਮੁੱਲ ਖਰੀਦੀ ਹੈ, ਮਾਖੋਵਾਲ ਦੀ ਜ਼ਮੀਨ ਖਰੀਦ ਕੇ, ਤੇ ਫਿਰ ਇਹ ਚੱਕ ਨਾਨਕੀ ਆਨੰਦਪੁਰ ਸਾਹਿਬ ਨਗਰ ਵਸਾਇਆ। ਇਹਨਾਂ ਨਾਲ ਤਾਂ ਲੈਣ ਦੇਣ ਵੀ ਕੋਈ ਨਹੀਂ, ਪਰ ਫਿਰ ਵੀ ਇਹ ਜਿਹੜੇ ਮੂੜ ਹੈ, ਮੂਰਖ ਹੈ, ਇਹ ਹਮੇਸ਼ਾ ਹੀ ਕਪਟ ਧੋਖਾ ਕਰਦੇ ਰਹਿੰਦੇ ਹਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ। ਸਤਿਗੁਰ ਕਹਿੰਦੇ ਖਾਲਸਾ ਜੀ ਫਿਕਰ ਨਾ ਕਰੋ, ਕਹਿੰਦੇ ਇਹ ਸਭ ਬਦਲੇ ਲਏ ਜਾਣਗੇ। ਕਹਿੰਦੇ ਮੇਰਾ ਖਾਲਸਾ ਆਵੇਗਾ, ਇਹਨਾਂ ਤੇ ਚੜ੍ਹਾਈ ਕਰਕੇ ਤੇ ਮਹਿਦ ਬਖੇਰਾ, ਵੱਡਾ ਬਖੇੜਾ ਝਗੜਾ ਯੁੱਧ ਹੋਵੇਗਾ। ਇਹਨਾਂ ਦੀਆਂ ਦੂਨਾਂ ਵਿੱਚ, ਜੋ ਪਹਾੜਾਂ ਦੇ ਵਿੱਚ ਪੱਧਰੀ ਜਗ੍ਹਾ ਹੁੰਦੀ ਹੈ ਨਾ, ਉਹਨੂੰ ਦੂਨ ਕਿਹਾ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ ਦੇਹਰਾਦੂਨ। ਸੋ ਜਿਹੜੀਆਂ ਇਹਨਾਂ ਦੀਆਂ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਵਿੱਚ ਦੂਨ ਹੈ, ਕਹਿੰਦੇ ਉਹਦੇ ਵਿੱਚ ਵੀ ਗੁਰੂ ਕਾ ਖਾਲਸਾ ਫੇਰਾ ਪਾਵੇਗਾ। ਸਮਾਂ ਆਵੇਗਾ, ਸਮਾਂ ਪਾ ਕੇ ਇਹਨਾਂ ਦੀ ਜੜ ਜਾਏਗੀ, ਨਾਸ਼ ਹੋਵੇਗਾ ਪਹਾੜੀਆਂ ਦਾ। ਮੇਰਾ ਖਾਲਸਾ ਐਨ ਬਣਾ ਸਵਾਰ ਕੇ ਵਧੀਆ ਤਰੀਕੇ ਨਾਲ ਰਾਜ ਭਾਗ ਕਾਇਮ ਕਰੇਗਾ। ਸਤਿਗੁਰੂ ਜੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੇ ਖਾਲਸੇ ਦੀ ਆਮਦ ਦੇ ਭਵਿੱਖਤ ਬਚਨ ਕਰ ਰਹੇ ਹਨ। ਸਤਿਗੁਰੂ ਕਹਿੰਦੇ ਉਹ ਤਾਂ ਜਦ ਹੋਵੇਗਾ ਸੋ ਹੋਵੇਗਾ। ਕਹਿੰਦੇ ਖਾਲਸਾ ਜੀ ਹੁਣ ਇਹ ਪਹਾੜੀਏ ਐਵੇਂ ਵੈਰ ਕਰਦੇ ਆ ਨਾ ਸਾਡੇ ਨਾਲ, ਕਹਿੰਦੇ ਹੁਣ ਵੀ ਇਹਨਾਂ ਨੂੰ ਸੁੱਖਾਂ ਦੀ ਨੀਂਦ ਨਾ ਸੌਣ ਦਿਓ। ਇਹਨਾਂ ਦੇ ਜਿਹੜੇ ਗ੍ਰਾਮ ਪਿੰਡ ਆ ਨਾ, ਉੱਥੇ ਜਾ ਕੇ ਆਪੋ ਆਪਣੀ ਕਹੀ ਕਰ ਲਓ। ਕਹੀ ਕਰਨਾ ਕਿਹਾ ਜਾਂਦਾ ਸੀ ਵੀ ਜਿਹੜੇ ਇਹ ਤਕੜੇ ਲੋਕ ਹੁੰਦੇ ਸਨ ਨਾ, ਉਹ ਜਾ ਕੇ
ਜਿਹੜੇ ਖੇਤੀਕਾਰ ਹੁੰਦੇ ਸੀ ਉਹਨਾਂ ਦੇ ਖੇਤਾਂ ਦੇ ਵਿੱਚ ਕਹੀ ਦੇ ਨਾਲ ਵੱਟ ਪਾ ਦਿੰਦੇ ਸੀ ਵੀ ਆ ਇੰਨਾ ਹਿੱਸਾ ਸਾਡਾ ਹੈ, ਇੰਨਾ ਹਿੱਸਾ ਸਾਡਾ ਹੈ, ਇਹਦੇ ਉੱਤੇ ਸਾਡਾ ਕਬਜ਼ਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਕਹਿੰਦੇ ਤੁਸੀਂ ਵੀ ਜਾ ਕੇ ਕਹੀ ਕਰ ਲਓ। ਇਹਨੂੰ ਕਹੀ ਕਰਨਾ ਕਹਿ ਜਾਂਦਾ ਸੀ, ਕਹੀ ਦੇ ਨਾਲ ਵੱਟ ਪਾ ਦੇਣੀ ਜਾ ਕੇ। ਸੋ ਜਿਹੜੇ ਇੱਕ ਜ਼ੋਰ ਜ਼ਬਰਦਸਤੀ ਖੋਹਣ ਵਾਲੇ ਲੋਕ ਹੁੰਦੇ ਸੀ ਨਾ, ਉਹ ਜਾ ਕੇ ਇਸ ਤਰ੍ਹਾਂ ਕਹੀ ਨਾਲ ਵੱਟ ਪਾ ਕੇ ਤੇ ਉਹਦੇ ਨੰਬਰ ਗਿਣ ਲੈਂਦੇ ਸੀ ਵੀ ਇੱਥੋਂ ਤੱਕ ਸਾਡਾ ਹਿੱਸਾ ਹੈ। ਇਹਨੂੰ ਕਹਿੰਦੇ ਸੀ ਕਹੀ ਕਰਨਾ। ਸਤਿਗੁਰ ਕਹਿੰਦੇ ਫਿਰ ਜਾਓ ਖਾਲਸਾ ਜੀ, ਜੇ ਪਹਾੜੀ ਰਾਜੇ ਸਾਡੇ ਨਾਲ ਐਵੇਂ ਵੈਰ ਕਰਦੇ ਆ, ਐਵੇਂ ਸਾਡੇ ਵਿਰੁੱਧ ਸਾਜ਼ਿਸ਼ਾਂ ਰਚਦੇ ਆ, ਖਾਲਸੇ 'ਤੇ ਚੜ੍ਹਾ ਕੇ ਲਿਆਉਂਦੇ ਆ, ਅਤੇ ਖਾਲਸਾ ਕਿਹੜਾ ਘੱਟ ਹੈ, 21 ਦੇ 31 ਮੋੜੇਗਾ। ਜਾ ਕੇ ਕਹੀ ਕਰ ਲਓ ਇਹਨਾਂ ਦੇ ਖੇਤਾਂ ਵਿੱਚ, ਇਹਨਾਂ ਦੇ ਪਿੰਡਾਂ ਵਿੱਚ ਆਪਣਾ ਹਿੱਸਾ ਲੈ ਲਵੋ। ਬਾਕੀ ਤੁਸੀਂ ਫਿਕਰ ਨਾ ਕਰੋ। ਕਹਿੰਦੇ ਖੜਗ ਕੇਤ, ਜੋ ਖੜਗ ਧਾਰੀ ਸ਼ਸਤਰ ਧਾਰੀ ਪ੍ਰਮਾਤਮਾ ਵਾਹਿਗੁਰੂ ਆ ਨਾ, ਉਹ ਹਮੇਸ਼ਾ ਹੀ ਸਾਡਾ ਸਹਾਇਕ ਮਦਦਗਾਰ ਹੈ। ਕਹਿੰਦੇ ਉਹਦੇ ਹੁੰਦਿਆਂ ਜਦੋਂ ਉਹਦੀ ਓਟ ਆ, ਉਹਦਾ ਆਸਰਾ ਹੈ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਵੱਲ ਹੈ, ਉਹਦਾ ਆਸਰਾ ਹੈ, ਅਤੇ ਕਹਿੰਦੇ ਉਹਦੇ ਆਸਰੇ ਦੇ ਹੁੰਦਿਆਂ ਹੋਇਆਂ ਸਾਨੂੰ ਕੌਣ ਫੜ ਸਕਦਾ, ਕੌਣ ਗ੍ਰਿਫਤਾਰ ਕਰ ਸਕਦਾ, ਕੌਣ ਹੋਏ ਘਾਇਕ, ਕੌਣ ਹੈ ਐਸਾ ਜਿਹੜਾ ਸਾਡਾ ਘਾਤ ਕਰ ਦੇਵੇ, ਸਾਨੂੰ ਮਾਰ ਦੇਵੇ। ਖਾਲਸਾ ਜੀ ਸਾਡਾ ਤਾਂ ਇਹਨਾਂ ਨਾਲ ਸੰਬੰਧ ਕੋਈ ਨਹੀਂ ਸੀ, ਪਹਿਲਾਂ ਵੀ ਮੇਲ ਮਿਲਾਪ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ, ਇਹਨਾਂ ਨੇ ਆ ਕੇ ਮਿਲਾਪ ਕੀਤਾ, ਸੰਧੀ ਕੀਤੀ ਹੈ। ਪਰ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ, ਬਾਅਦ ਵਿੱਚ ਇਹਨਾਂ ਮੂਰਖਾਂ ਦੇ ਮਨ ਵਿੱਚ ਇਹ ਕਪਟ ਕਿਵੇਂ ਆ ਗਿਆ, ਇਹਨਾਂ ਨੇ ਚਿੱਤ ਵਿੱਚ ਇਹ ਜਿਹੜਾ ਧੋਖਾ ਧਰੋ ਕਿਵੇਂ ਧਾਰਨ ਕਰ ਰੱਖਿਆ। ਮੇਰਾ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਆਵੇਗਾ ਤੇ ਇਹਨਾਂ ਤੋਂ ਜ਼ਰੂਰ ਬਦਲਾ ਲਵੇਗਾ। ਕਹਿੰਦੇ ਨਿਤਾ ਪ੍ਰਤੀ ਜਦੋਂ ਇਹਨਾਂ ਨੂੰ ਮਾਰੇਗਾ, ਮਾਰਦਿਆਂ ਮਾਰਦਿਆਂ ਕਹਿੰਦੇ ਇਹਨਾਂ ਤੋਂ ਰਾਜ ਭਾਗ ਵੀ ਖੋਹ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਸੁੰਦਰ ਮੁਖ ਤੋਂ ਇਉਂ ਬਚਨ ਉਚਾਰੇ। ਸਤਿਗੁਰੂ ਜੀ ਨੇ ਆਗਿਆ ਕਰ ਦਿੱਤੀ, ਹੁਕਮ ਕਰ ਦਿੱਤਾ, ਤੇ ਸਾਰਾ ਖਾਲਸਾ ਪੰਥ ਸੀ ਨਾ ਜਿਹੜਾ, ਸੁਣ ਕੇ ਬੜਾ ਖੁਸ਼ ਹੋਇਆ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪਹਾੜੀਏ ਹੈ, ਪਹਾੜੀ ਰਾਜੇ ਹੈ ਜਾਂ ਪਹਾੜੀਆਂ ਦੀ ਪਰਜਾ ਹੈ, ਜਿਹੜੇ ਸਾਡੇ ਤੇ ਚੜ੍ਹ ਚੜ੍ਹ ਕੇ ਆਉਂਦੇ ਹੈ, ਕਹਿੰਦੇ ਇਹਨਾਂ ਨੂੰ ਸਿੱਖਿਆ ਦੇਣੀ ਕਿਹੜੀ ਯੋਗ ਹੈ, ਕਿਹੜੀ ਸਿੱਖਿਆ ਮੰਨਣ ਵਾਲੇ ਹੈ, ਇਹ ਕਿਹੜਾ ਅੰਮ੍ਰਿਤ ਛਕ ਕੇ ਤੇ ਸਿੰਘ ਸਜਣ ਵਾਲੇ ਹੈ, ਐਵੇਂ ਇਹਨਾਂ ਨੂੰ ਉਪਦੇਸ਼ ਦੇਈ ਜਾਈਏ। ਕਹਿੰਦੇ ਇਹਨਾਂ ਨੂੰ ਉਪਦੇਸ਼ ਦਿੱਤਾ ਪਹਾੜੀਆਂ ਨੂੰ ਕੋਈ ਉਚਿਤ ਯੋਗ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਮੂਰਖਤਾ ਉਦੋਂ ਸਮਝਣਗੇ ਜਦੋਂ ਇਹਨਾਂ ਦੇ ਮੂੰਹ ਤੇ ਮਾਰਿਆ ਜਾ ਕੇ, ਜਦੋਂ ਇਹਨਾਂ ਦੇ ਮੂੰਹ ਤੇ ਪੰਜਾਂ ਨਾ, ਤੇ ਮੂਰਖ ਗੰਢ ਪਵੈ ਮੋਹ ਮਾਰ, ਗੁਰਬਾਣੀ ਦਾ ਬਚਨ ਹੈ। ਕਹਿੰਦੇ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਸੋਧਾ ਲਾਇਆ ਜਾ ਕੇ, ਮੂੰਹ ਦੇ ਉੱਤੇ ਇਹਨਾਂ ਦੇ ਮਾਰਿਆ, ਫਿਰ ਅਕਲ ਟਿਕਾਣੇ ਆਉਣੀ ਇਹਨਾਂ ਦੀ। ਸੋ ਉਹ ਦਿਨ ਰਾਤਰੀ ਦੇ ਸਮੇਤ ਸੁੱਖਾਂ ਦੇ ਨਾਲ ਸਾਰਿਆਂ ਨੇ ਬਤੀਤ ਕੀਤਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਵੇਰ ਦਾ ਦਿਨ ਚੜ੍ਹਿਆ, ਪ੍ਰਾਤ ਪ੍ਰਭਾਤ ਹੋਈ, ਤੇ ਦੁੰਦਬ ਨਗਾਰਾ ਵਜਵਾਇਆ। ਸਿੰਘਾਂ ਨੇ ਆਪਣੇ ਤੁਰੰਗਾ ਘੋੜਿਆਂ ਦੇ ਉੱਤੇ ਜੀਨ ਕਾਠੀਆਂ ਪਾ ਲਈਆਂ, ਕਮਰ ਕਸੇ ਕਰ ਲਏ, ਘੋੜਿਆਂ ਦੀਆਂ ਕਮਰਾਂ ਕੱਸ ਦਿੱਤੀਆਂ, ਤੇ ਇਸੇ ਪ੍ਰਕਾਰ ਸਾਰਿਆਂ ਨੇ ਬੰਦੂਕਾਂ ਹਥਿਆਰ ਉਠਾ ਲਏ। ਤਾਂ ਸਤਿਗੁਰੂ ਨੇ ਬਚਨ ਕਰ ਦਿੱਤਾ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਖਾਲਸਾ ਤਾਂ ਪਹਿਲਾਂ ਹੀ ਤਿਆਰ ਬਰ ਤਿਆਰ ਰਹਿੰਦਾ। ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਇਹ ਗੁਰੂ ਕੇ ਖਾਲਸੇ ਨੂੰ ਤਾਂ ਇਸ਼ਾਰਾ ਹੀ ਬਹੁਤ ਸੀ। ਦੂਜੇ ਦਿਨ ਫਿਰ ਚੜ੍ਹ ਪਏ ਸਾਰੇ, ਦੂਰ ਦੂਰ ਤੱਕ ਜਿੱਥੇ ਦੂਨਾਂ ਸੀ ਪਹਾੜੀ ਰਾਜਿਆਂ ਦੀਆਂ, ਉਹਨਾਂ ਵਿੱਚ ਚਲੇ ਗਏ। ਜਦੋਂ ਨਗਾਰੇ ਦੀ ਚੋਟ ਵੱਜਦੀ ਹੋਈ ਸੁਣਾਈ ਦਿੱਤੀ ਨਾ, ਇਹ ਧੁਨੀ ਸੁਣ ਕੇ, ਆਵਾਜ਼ ਸੁਣ ਕੇ ਫਿਰ ਚੱਲ ਚੱਲ ਕੇ ਆ ਗਏ। ਇਹ ਡਰ ਗਏ ਵੀ ਹੁਣ ਗੁਰੂ ਕਾ ਖਾਲਸਾ ਚੜ੍ਹ ਕੇ ਆ ਗਿਆ, ਵੀ ਅਸੀਂ ਲੈ ਲਿਆ ਪੰਗਾ ਪੁੱਠਾ, ਵੀ ਐਵੇਂ ਖਾਲਸੇ ਤੇ ਚੜ੍ਹ ਕੇ ਗਏ ਸੀ। ਤਾਂ ਕਈ ਤਾਂ ਉਹਨਾਂ ਦੇ ਵਿੱਚੋਂ ਭਟਾਵਾਂ ਲੈ ਲੈ ਕੇ ਆ ਗਏ, ਬੇਨਤੀਆਂ ਕਰਨ ਲੱਗੇ।
ਆ ਜਿਹੜੇ ਭਟਾਵਾਂ ਲੈ ਕੇ ਸ਼ਰਨ ਆ ਗਏ ਖਾਲਸੇ ਦੀ, ਉਹਨਾਂ ਨੂੰ ਬਖਸ਼ ਦਿੱਤਾ। ਉਹਨਾਂ ਨੂੰ ਕੀ ਕਹਿਣਾ ਸੀ, ਕਿਉਂਕਿ ਗੁਰੂ ਕਾ ਖਾਲਸਾ ਜੋ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ ਦੇ ਵਾਕ ਦਾ ਧਾਰਨੀ ਹੈ। ਜਿਹੜੇ ਸ਼ਰਨ ਆ ਗਏ ਉਹਨਾਂ ਨੂੰ ਕੀ ਕਹਿਣਾ ਸੀ, ਸੋ ਉਹਨਾਂ ਨੂੰ ਤਿਆਗ ਦਿੱਤਾ, ਉਹਨਾਂ ਨੂੰ ਛੱਡ ਦਿੱਤਾ। ਕਹਿਣ ਲੱਗੇ ਬਸ ਐ ਸੋ ਚੈਨ, ਕਹਿੰਦੇ ਜਾਓ ਆਪੋ ਆਪਣੇ ਘਰਾਂ ਵਿੱਚ ਸੁੱਖ ਨਾਲ ਵਸੋ। ਇਸ ਪ੍ਰਕਾਰ ਉਹਨਾਂ ਦੇ ਸਾਰੇ ਪਦਾਰਥ ਘਰਾਂ ਦੇ ਬਚ ਗਏ। ਤੇ ਜਿਹੜੇ ਆਕੀ ਹੋ ਗਏ ਅੱਗੇ ਆ ਕੇ ਮਿਲੇ ਨਹੀਂ ਖਾਲਸੇ ਨੂੰ, ਤੇ ਜਿਨ੍ਹਾਂ ਨੂੰ ਮਾਣ ਸੀ ਕਿ ਬਹੁਤਿਆਂ ਨੂੰ ਮਾਣ ਹੁੰਦਾ ਨਾ ਵੀ ਸਾਡੀ ਰਾਜਿਆਂ ਨਾਲ ਮੰਤਰੀਆਂ ਸੰਤਰੀਆਂ ਨਾਲ ਬਣਦੀ ਹੈ, ਸੋ ਇਸ ਪ੍ਰਕਾਰ ਇਹਨਾਂ ਨੂੰ ਵੀ ਜਿਨ੍ਹਾਂ ਨੂੰ ਮਾਣ ਸੀ, ਹੰਕਾਰ ਸੀ ਰਾਜਿਆਂ ਦੇ ਓਜ ਦਾ ਬਲ ਦਾ, ਉਹ ਹੰਕਾਰੇ ਰਹੇ। ਤਾਂ ਫਿਰ ਜਿਹੜੇ ਹੰਕਾਰੀ ਸੀ ਅੜੇ ਸੋ ਝੜੇ ਦਾ ਵਚਨ ਖਾਲਸੇ ਨੇ ਕਰਤਾ ਪੂਰਾ, ਸੋ ਉਹਨਾਂ ਦੇ ਉੱਤੇ ਸਾਰਿਆਂ ਨੇ ਹੱਥ ਛੋੜ ਕੀਤੀ, ਸਾਰਿਆਂ ਤੇ ਹੱਥ ਛੱਡਿਆ, ਸਾਰਿਆਂ ਨੂੰ ਮਾਰ ਮਾਰੀ। ਹਾਂ, ਫਿਰ ਉਹਨਾਂ ਦੇ ਜਾ ਕੇ ਖੇਤਾਂ ਵਿੱਚ ਕਹੀ ਕੀਤੀ, ਖਾਲਸੇ ਨੇ ਆਪੋ ਆਪਣਾ ਹਿੱਸਾ ਉੱਥੇ ਮੱਲ ਲਿਆ ਜਾ ਕੇ, ਤੇ ਇਹਨਾਂ ਨੂੰ ਮੁਸੀਬਤ 'ਚ ਪਾ ਦਿੱਤਾ। ਲੁੱਟ ਕੁੱਟ ਕੇ ਜਿਹੜੇ ਆਕੀ ਸਨ ਉਹਨਾਂ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ। ਹਾਂ, ਸਭ ਵਿਧੀ ਪਰ ਸਾਰੇ ਤਰੀਕਿਆਂ ਦੇ ਨਾਲ ਜਿਹੜਾ ਹੰਕਾਰ ਸੀ ਇਹਦੀ ਨਿਵਰਤੀ ਕੀਤੀ। ਤੇ ਜਦੋਂ ਇਹਨਾਂ ਦਾ ਹੰਕਾਰ ਜਾਂ ਮੱਠਾ ਪੈ ਗਿਆ ਨਾ, ਜਿਹੜੇ ਅੱਗੋਂ ਅੜਦੇ ਸੀ, ਤੇ ਜਾ ਕੇ ਇਹਨਾਂ ਨੇ ਪਹਾੜੀ ਰਾਜਿਆਂ ਦੇ ਕੋਲ, ਭੀਮ ਚੰਦ ਵਰਗਿਆਂ ਦੇ ਕੋਲ ਜਾ ਕੇ ਬੇਨਤੀਆਂ ਕੀਤੀਆਂ। ਜਾ ਕੇ ਕੂਕ ਪੁਕਾਰ ਕੀਤੀ, ਦੀਨ ਜੇ ਬਣ ਕੇ, ਨਿਮਾਣੇ ਜੇ ਬਣ ਕੇ ਬੇਨਤੀਆਂ ਕੀਤੀਆਂ ਰਾਜਿਆਂ ਕੋਲ। ਗਿਰਪਤੀ ਜਿਹੜੇ ਪਹਾੜੀ ਰਾਜੇ ਆ, ਸੁਣ ਸੁਣ ਕੇ ਭੀਮ ਚੰਦ ਵਰਗੇ ਇਹ ਹਿਰਦੇ ਦੇ ਵਿੱਚ ਬੜੇ ਕ੍ਰੋਧਿਤ ਹੋਏ, ਪਰ ਮਨ 'ਚ ਹੀ ਗੁੱਸਾ ਜਾ ਕਰੀ ਗਏ। ਲੜ ਤਾਂ ਸਕਦੇ ਨਹੀਂ ਕਿਉਂਕਿ ਖਾਲਸੇ ਦਾ ਡਰ ਹੀ ਬਹੁਤ ਹੈ ਇਹਨਾਂ ਨੂੰ। ਸੋ ਜਿਹੜੇ ਚੰਗੇ ਲੋਕ ਸੀਗੇ ਨਾ, ਜਿਹੜੇ ਸੋ ਤਕੜੇ ਇਹਨਾਂ ਦੇ ਸੂਰਮੇ ਕਹਾਉਂਦੇ ਸੀ ਆਪਣੇ ਆਪ ਨੂੰ। ਇਹ ਸੋਚਦਾ ਮਨ ਦੇ ਵਿੱਚ ਭੀਮ ਚੰਦ, ਕਹਿੰਦੇ ਖਾਲਸੇ ਨੇ ਉਹ ਤਾਂ ਪਹਿਲੇ ਹੀ ਸੰਘਾਰ ਦਿੱਤੇ ਆ, ਪਹਿਲਾਂ ਹੀ ਮਾਰ ਮੁਕਾਏ ਐ। ਕੇਸਰੀ ਚੰਦ ਸੂਰਮੇ ਤੋਂ ਲੈ ਕਰਕੇ ਜਿਹੜੇ ਬਾਕੀ ਜੁਝਾਰੂ ਸੂਰਮੇ ਸਨ ਨਾ ਮੇਰੇ, ਇਹਦਾ ਸਾਲਾ ਸੀ ਕੇਸਰੀ ਚੰਦ, ਜਿਹਨੇ ਆਨੰਦਗੜ੍ਹ ਦੇ ਲੋਹਗੜ੍ਹ ਦੇ ਕਿਲੇ ਨੂੰ ਢਾਉਣ ਦੇ ਵਾਸਤੇ ਹਾਥੀ ਤਿਆਰ ਕਰਕੇ ਭੇਜਿਆ ਸੀ ਨਾ। ਸਿਰ ਦੇ ਉੱਤੇ ਉਹਦੇ ਹਾਥੀ ਦੇ ਸਰੀਰ ਦੇ ਉੱਤੇ ਲੋਹੇ ਦੇ ਤਵੇ ਬੰਨ੍ਹ ਕੇ, ਤੇ ਉਹਦੀ ਸੁੰਡ ਦੇ ਨਾਲ 2 ਧਾਰਾ ਖੰਡਾ ਬੰਨ੍ਹ ਕੇ ਵੀ ਇਹ ਲਤਾੜਦਾ ਜਾਏਗਾ ਗੁਰੂ ਕੀਆਂ ਫੌਜਾਂ ਨੂੰ, ਕਿਲੇ ਵਿੱਚ ਜਾ ਕੇ ਟੱਕਰ ਮਾਰੇਗਾ ਤੇ ਕਿਲੇ ਦਾ ਦਰਵਾਜ਼ਾ ਤੋੜੇਗਾ, ਫੌਜਾਂ ਅੰਦਰ ਦਾਖਲ ਹੋ ਜਾਣਗੀਆਂ, ਅਸੀਂ ਗੁਰੂ ਨੂੰ ਜਿੱਤ ਲਵਾਂਗੇ। ਜਿਹਨੇ ਸਾਰੀ ਸਕੀਮ ਕੀਤੀ ਸੀ ਕੇਸਰੀ ਚੰਦ। ਸੋ ਉਹਦਾ ਸਿਰ ਇਹ ਭਾਈ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਹੋਏ ਆ, ਉਹਨਾਂ ਦੇ ਵੱਡੇ ਭਰਾ ਬਾਬਾ ਉਦੇ ਸਿੰਘ ਜੀ, ਭਾਈ ਉਦੇ ਸਿੰਘ ਜੀ ਨੇ ਉਹਦਾ ਸਿਰ ਵੱਢ ਲਿਆ ਸੀ। ਸੋ ਇਹ ਮਨ ਦੇ ਵਿੱਚ ਸੋਚਦਾ ਵੀ ਮੇਰੇ ਚੰਗੇ ਸੂਰਮੇ ਪਹਿਲੇ ਹੀ ਮਾਰ ਦਿੱਤੇ ਆ, ਕੇਸਰੀ ਚੰਦ ਵਰਗੇ ਜੁਝਾਰੂ। ਪਰ ਕਹਿੰਦਾ ਗੁਰੂ ਕੈਸਾ ਹੈ ਵੀ ਰੱਜਿਆ ਨਹੀਂ ਹਲੇ ਵੀ ਐਡਾ ਜੰਗ ਕਰਕੇ। ਤੁਰਕਾਂ ਦਾ ਅਣਗਿਣਤ ਦਲ ਵੀ ਚੜਾ ਕੇ ਅਸੀਂ ਲਿਆਂਦਾ, ਹਜ਼ਾਰਾਂ ਦਾ ਮਾਰਨ ਹੋ ਗਿਆ ਮੈਦਾਨੇ ਜੰਗ ਅੰਦਰ। ਪਰ ਕੈਸੇ ਕਿਸੇ ਵੀ ਤਰ੍ਹਾਂ ਸਿੰਘਾਂ ਦਾ ਇਹ ਝੇੜਾ, ਸਿੰਘਾਂ ਦੀ ਜੰਗ ਖਤਮ ਨਹੀਂ ਹੋਈ। ਬਸ ਫਿਰ ਕਹਿੰਦੇ 1-2 ਮਹੀਨੇ ਇਸੇ ਪ੍ਰਕਾਰ ਬਤੀਤ ਹੋ ਗਏ। ਨਿੱਤ ਹੀ ਗੁਰੂ ਕਾ ਖਾਲਸਾ ਚੜ੍ਹਾਈ ਕਰਕੇ ਜਾਂਦਾ ਹੈ। ਆ ਜਿਹੜੇ ਆਕੀ ਜੇ ਸੀ ਐਵੇਂ ਗੁਰੂ ਘਰ ਨਾਲ ਵੈਰ ਰੱਖਦੇ ਸੀ, ਲੁੱਟ ਕੁੱਟ ਕੇ ਕਿੰਨਿਆਂ ਨੂੰ ਹੀ ਉਜਾੜ ਦਿੱਤਾ, ਤੇ ਕਿੰਨੇ ਹੀ ਆਪਣੇ ਪ੍ਰਤਪਾਰੇ ਗੁਰੂ ਕੇ ਖਾਲਸੇ ਨੇ ਜਿਹੜੇ ਦੀ ਸ਼ਰਨ ਆਏ ਉਹਨਾਂ ਦੀ ਪਾਲਣਾ ਵੀ ਕੀਤੀ। ਕਿਉਂਕਿ ਗੁਰੂ ਕਾ ਖਾਲਸਾ ਨਾ ਜਿਹੜਾ ਅਕਾਰਨ ਕਿਸੇ ਨਾਲ ਵੈਰ ਨਹੀਂ ਕਰਦਾ, ਜਿਹੜਾ ਚੜ੍ਹ ਕੇ ਆਵੇ ਉਹਦਾ ਲਿਹਾਜ਼ ਨਹੀਂ ਕਰਦਾ, ਜਿਹੜਾ ਸ਼ਰਨ ਆ ਜਾਵੇ ਉਹਦੀ ਫਿਰ ਪ੍ਰਤਪਾਲਣਾ ਵੀ ਕਰਦਾ। ਜਿਹੜੇ ਸ਼ਰਨ ਆ ਗਏ ਸੀ ਉਹਨਾਂ ਦੀ ਪ੍ਰਤਪਾਲਣਾ ਵੀ ਕੀਤੀ, ਰੱਖਿਆ ਵੀ ਕੀਤੀ, ਉਹਨਾਂ ਨੂੰ ਚੰਗੀ ਤਰ੍ਹਾਂ ਪਾਲਿਆ ਪੋਸਿਆ ਵੀ।
ਤੇ ਕਈ ਸਿੱਖ ਖਾਲਸੇ ਉੱਥੇ ਹੀ ਟਿਕ ਗਏ ਵੀ ਜਦੋਂ ਖੇਤੀ ਹੋ ਜਾਏਗੀ ਨਾ, ਵਾਢੀ ਦਾ ਟਾਈਮ ਆ ਜਾਏਗਾ ਫਸਲ ਦਾ, ਤੇ ਕਹਿੰਦੇ ਆਪਣਾ ਹਿੱਸਾ ਵੰਡਾ ਕੇ ਲੈ ਜਾਵਾਂਗੇ। ਹਾਂ, ਗੁਰੂ ਦੀ ਪੂਰੀ ਆਨੰਦਪੁਰ ਸਾਹਿਬ ਦੇ ਨੇੜੇ ਜਿੰਨੇ ਵੀ ਨੇੜਲੇ ਤੇੜਲੇ ਇਲਾਕੇ ਦੇ ਪਿੰਡ ਹਨ, ਉੱਥੋਂ ਦੀ ਜਿਹੜੀ ਪਰਜਾ ਹੈ ਪਹਾੜੀ ਰਾਜਿਆਂ ਦੀ, ਉਹ ਸਾਰੇ ਗੁਰੂ ਦੇ ਅਧੀਨ ਹੋ ਗਏ। ਤੇ ਜਿਹੜੇ ਪਹਿਲਾਂ ਪਹਾੜੀ ਰਾਜਿਆਂ ਨੂੰ ਮਾਮਲਾ ਦਿੰਦੇ ਸੀ, ਟੈਕਸ ਦਿੰਦੇ ਸੀ, ਮਸੂਲ ਦਿੰਦੇ ਸੀ, ਉਹ ਹੁਣ ਗੁਰੂ ਕੇ ਦਰਬਾਰ ਵਿੱਚ ਇਹ ਮਸੂਲ ਦੇਣ ਲੱਗ ਪਏ, ਹਾਲਾ ਦੇਣ ਲੱਗ ਪਏ। ਇਸ ਪ੍ਰਕਾਰ ਇਹਨਾਂ ਨੂੰ ਕੀ ਸੀ ਵੀ ਉਧਰ ਪਹਾੜੀਏ ਵੀ ਇਹਨਾਂ ਤੋਂ ਮਾਮਲਾ ਲੈਂਦੇ ਸੀ, ਫਿਰ ਇਹ ਗੁਰੂ ਕੇ ਨੂੰ ਦੇਣ ਲੱਗ ਪਏ। ਪਹਿਲਾਂ ਪਹਾੜੀਆਂ ਨੂੰ ਦਿੰਦੇ ਸੀ, ਗੁਰੂ ਘਰ ਵਿਖੇ ਇਹ ਆਪਣਾ ਮਾਮਲਾ ਦੇਣ ਲੱਗ ਪਏ, ਤੇ ਸਾਰੇ ਉਸ ਵੇਲੇ ਖੁਸ਼ੀ ਖੁਸ਼ੀ ਵਸਣ ਲੱਗੇ। ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਦਿਨੋਂ ਦਿਨ ਹੀ ਉੱਚਾ ਹੁੰਦਾ ਜਾਂਦਾ, ਦਿਨੋਂ ਦਿਨ ਵੱਧ ਰਿਹਾ ਹੈ। ਹਾਂ, ਜਿੰਨਿਆਂ ਦਾ ਨੇੜੇ ਨਿਵਾਸ ਸੀ ਸਾਰਿਆਂ ਨੇ ਗੁਰੂ ਕੀ ਆਣ ਮੰਨ ਲਈ, ਗੁਰੂ ਕੀ ਅਧੀਨਗੀ ਕਬੂਲ ਕਰ ਲਈ ਖਾਲਸੇ ਦੀ। ਹਾਂ, ਜਦੋਂ ਇਹ ਗੁਰੂ ਕੇ ਅਧੀਨ ਹੋ ਗਏ ਵੀ ਅਸੀਂ ਤਾਂ ਤੁਹਾਡੀ ਪਰਜਾ ਖਾਲਸਾ ਜੀ, ਅਸੀਂ ਤਾਂ ਤੁਹਾਡੇ ਪੰਥ ਦੇ ਹੀ, ਅਸੀਂ ਤਾਂ ਅਗਵਾਈ ਵਿੱਚ ਚੱਲਣ ਵਾਲੇ ਐ, ਤੇ ਖਾਲਸੇ ਨੇ ਫਿਰ ਉੱਥੇ ਨੀਤੀ ਆਪਣੀ ਕਾਇਮ ਕਰ ਦਿੱਤੀ, ਕੋਈ ਅਨੀਤੀ ਨਹੀਂ ਹੋਣ ਦਿੱਤੀ, ਕੋਈ ਮਾੜਾ ਕਰਮ ਨਹੀਂ ਹੋਣ ਦਿੱਤਾ। ਹਾਂ, ਵੀ ਜਿਹੜਾ ਵੀ ਕੋਈ ਚੋਰੀ ਕਰਨ ਵਾਲਾ, ਯਾਰੀ ਕਰਨ ਵਾਲਾ, ਐਸਾ ਕੋਈ ਭੈੜਾ ਮਨੁੱਖ ਹੈ, ਤੁਰਤ ਹੀ ਪਕੜ ਲੈਂਦਾ ਗੁਰੂ ਕਾ ਖਾਲਸਾ ਉਸ ਨੂੰ। ਤੇ ਗੁਰੂ ਕੇ ਖਾਲਸੇ ਦੇ ਰਾਜ ਦੇ ਵਿੱਚ ਕੋਈ ਵੀ ਬਟਪਾਰੀ ਜਿਹੜਾ ਰਾਹ ਵਿੱਚ ਜਾਂਦਿਆਂ ਨੂੰ ਲੁੱਟਣ ਵਾਲਾ ਧਾੜੀ, ਉਹ ਧਾੜਵੀ ਹੈ, ਡਾਕੂ ਆ, ਉਹ ਡਾਕਾ ਨਹੀਂ ਮਾਰਦਾ। ਜੇ ਕੋਈ ਐਸਾ ਕਰਦਾ ਉਸੇ ਵੇਲੇ ਪਕੜਿਆ ਜਾਂਦਾ, ਸੋ ਉਹਨੂੰ ਦੁੱਖ ਦਿੱਤੇ ਤੁਸੀਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਰਾਜੇ ਜਿਹੜੇ ਪਹਾੜੀ ਰਾਜੇ ਆ ਨਾ, ਇਹ ਦੇਖ ਦੇਖ ਕੇ ਬੜੇ ਦੁਖੀ ਹੁੰਦੇ ਆ ਤੇ ਬੜੀ ਚਿੰਤਾ ਦੇ ਸਹਿਤ ਸੋਚਦੇ ਆ ਕਿ ਗੁਰੂ ਕੇ ਖਾਲਸੇ ਦਾ ਔਰ ਸਤਿਗੁਰੂ ਸਾਹਿਬ ਦਾ ਤੇਜ ਪ੍ਰਤਾਪ ਨਿੱਤਾ ਪ੍ਰਤੀ ਵੱਧ ਰਿਹਾ ਹੈ। ਇਸ ਪ੍ਰਕਾਰ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਗਤ ਦੇ ਸੁਆਮੀ ਭਗਵਾਨ ਜਿਹੜੇ ਹਨ, ਸਤਿਗੁਰੂ ਜੀ ਆਪਣੀ ਸਭਾ ਦੇ ਵਿੱਚ ਗੁਰੂ ਕੇ ਖਾਲਸੇ ਦੇ ਸਮੇਤ ਉੱਚੀ ਜਗ੍ਹਾ ਬੈਠੇ ਹਨ ਦਰਬਾਰ ਵਿੱਚ। ਹਾਂ, ਜਿਹੜਾ ਚੌਰ ਬਰਦਾਰ ਡਿਊਟੀ ਵਾਲਾ ਸਿੰਘ ਹੈ, ਸੋ ਆਪਣੀ ਡਿਊਟੀ ਨਿਭਾ ਰਿਹਾ ਹੈ, ਸਤਿਗੁਰੂ ਜੀ ਦੇ ਉੱਤੇ ਬੜੀ ਚੰਚਲਤਾਈ ਦੇ ਨਾਲ ਤੇਜ ਤੇ ਚੌਰ ਚਲਾ ਰਿਹਾ ਹੈ। ਤੇ ਹਜ਼ਾਰਾਂ ਹੀ ਗੁਰੂ ਕੀਆਂ ਸੰਗਤਾਂ ਸਿੱਖ ਗੁਰੂ ਕੇ ਦਰਸ਼ਨ ਕਰ ਰਹੇ ਹਨ। ਇੱਕ ਦਿਜ ਇੱਕ ਬ੍ਰਾਹਮਣ ਜਿਹੜਾ ਬੜਾ ਦੁਖੀ ਹੈ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੇ ਦਰਬਾਰ ਦੇ ਬਾਹਰ ਚੱਲ ਕੇ ਆਇਆ, ਤੇ ਇਹਨੇ ਰੁਦਨ ਕਰਦੇ ਹੋਏ ਨੇ, ਰੋਂਦੇ ਨੇ, ਧਾਹਾਂ ਮਾਰ ਕੇ ਉੱਚੀ ਆਵਾਜ਼ ਵਿੱਚ ਪੁਕਾਰ ਕੀਤੀ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਤੇ ਹਿੰਦੂ ਧਰਮ ਦੀ ਧੁਜਾ ਰੂਪ ਹੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਤਾਂ ਦੀਨਾਂ ਗਰੀਬਾਂ ਦੇ ਉੱਤੇ ਦਿਆਲਤਾ ਕਿਰਪਾਲਤਾ ਕਰਨ ਵਾਲੇ ਹੋ। ਸੋ ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਦੀਨ ਦਿਆਲ ਦੀਰਘ ਬਲ ਭੁਜਾ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀਆਂ ਭੁਜਾਵਾਂ ਦਾ, ਆਪ ਜੀ ਦੀਆਂ ਬਾਹਾਂ ਦਾ ਬੜਾ ਦੀਰਘ ਵੱਡਾ ਭਾਰਾ ਬਲ ਹੈ, ਆਪ ਜੀ ਬੜੇ ਬਲਸ਼ਾਲੀ ਹੋ। ਮੈਂ ਤਾਂ ਸਾਰੀਆਂ ਜਗ੍ਹਾ ਤੋਂ ਨਿਰਾਸ਼ਾ ਹੋ ਕੇ ਆਇਆ ਹਾਂ, ਹੁਣ ਮੈਂ ਸਾਰੇ ਪਾਸੇ ਫਿਰ ਤੁਰ ਕੇ ਆਪ ਜੀ ਦੇ ਪਾਸ ਆਇਆ ਹਾਂ। ਉਹ ਮੇਰੇ ਨਾਲ ਤਾਂ ਬੜੀ ਬੇਇਨਸਾਫੀ ਹੋ ਗਈ। ਜਿਹੜਾ ਬੜਾ ਦੁਸ਼ਟ ਪਠਾਨ ਹੈ ਜਾਬਰ ਖਾਨ, ਉਹਨੇ ਮੈਨੂੰ ਬੜਾ ਭਾਰੀ ਦੁੱਖ ਦਿੱਤਾ, ਹੰਕਾਰੇ ਹੋਏ ਨੇ। ਬਾਹਮਣ ਨੇ ਜਦੋਂ ਆ ਕੇ ਇਹ ਬਾਹਰ ਕੂਕ ਪੁਕਾਰ ਕੀਤੀ ਤੇ ਥੋੜੀ ਜੀ ਆਵਾਜ਼ ਸਤਿਗੁਰੂ ਜੀ ਦੇ ਸ਼ਰਵਣਾਂ ਵਿੱਚ ਕੰਨਾਂ ਵਿੱਚ ਪਈ ਇਹਦੀ,
ਉਸ ਵੇਲੇ ਦਇਆ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਕਮ ਕੀਤਾ। ਉਹ ਬੋਲਤ ਹੈ ਸ਼ੋਕ ਸਮੇਤਾ। ਕਹਿੰਦੇ ਭਾਈ ਮੈਨੂੰ ਲੱਗਦਾ ਵੀ ਕੋਈ ਬੜਾ ਦੁਖੀ ਹੋ ਕੇ ਬੋਲ ਰਿਹਾ ਹੈ। ਜਿਨ ਮਾਰਿਓ ਦੋਹੀ ਇਹ ਦੇਤਾ। ਕਹਿੰਦੇ ਜਾ ਕੇ ਦੇਖੋ ਵੀ ਕੌਣ ਹੈ, ਕਿਹਨੇ ਇਹਨੂੰ ਮਾਰਿਆ, ਕਿਉਂ ਇਹ ਦੁਹਾਈ ਪਾ ਰਿਹਾ ਹੈ, ਕਿਉਂ ਇਹ ਦੋਹੀ ਦੇ ਰਿਹਾ ਹੈ। ਸੋ ਦੋਹੀ ਹੁੰਦੀ ਹੈ ਵੀ ਉੱਚੀ ਉੱਚੀ ਬਾਹਾਂ ਚੱਕ ਕੇ ਉੱਚੀ ਉੱਚੀ ਕੂਕ ਪੁਕਾਰ ਕਰਨੀ, ਮਦਦ ਦੇ ਵਾਸਤੇ ਪੁਕਾਰਨਾ, ਇਹਨੂੰ ਦੋਹੀ ਦੇਣਾ ਕਹਿੰਦੇ ਆ, ਦੁਹਾਈ ਫੇਰਨਾ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ। ਸੋ ਦੋਹੀ ਦਾ ਮਤਲਬ ਹੋਕਾ ਦੇਣਾ ਵੀ ਆ, ਨੋਟਿਸ ਦੇਣਾ ਵੀ ਹੁੰਦਾ ਹੈ ਕਿ ਜਿਹੜੇ ਪਾਮਰ ਲੋਕ ਹੈ, ਦੁਸ਼ਟ ਲੋਕ ਹੈ, ਉਹਨਾਂ ਨੂੰ ਜਾ ਕੇ ਇਹ ਨੋਟਿਸ ਦੇ ਦਿਓ, ਇਹ ਉਹਨਾਂ ਨੂੰ ਜਾ ਕੇ ਸੁਚੇਤ ਕਰ ਦਿਓ ਵੀ ਗੁਰੂ ਸਾਹਿਬ ਦਾ ਇਹ ਹੁਕਮ। ਦੋਹੀ ਦਿਚੈ ਦੁਰਜਨਾ, ਤੇ ਦੋਹੀ ਦਾ ਨਾਮ ਹੈ ਕੂਕ ਪੁਕਾਰ ਕਰਨਾ, ਸਹਾਇਤਾ ਵਾਸਤੇ, ਮਦਦ ਵਾਸਤੇ ਬਾਹਾਂ ਚੱਕ ਕੇ ਪੁਕਾਰ ਕਰਨੀ ਹੱਥ ਜੋੜ ਕੇ। ਸਤਿਗੁਰੂ ਜੀ ਕਹਿੰਦੇ ਦੇਖੋ ਤਾਂ ਜਾ ਕੇ, ਕਹਿੰਦੇ ਵੀ ਕਿਹਨੇ ਇਹਨੂੰ ਮਾਰਿਆ, ਕੌਣ ਪੁਕਾਰ ਕਰ ਰਿਹਾ, ਕੌਣ ਇਸ ਪ੍ਰਕਾਰ ਸਹਾਇਤਾ ਲਈ, ਇਹ ਮਦਦ ਦੇ ਲਈ ਪੁਕਾਰ ਰਿਹਾ ਹੈ। ਚੋਬਦਾਰ ਤਬ ਬੂਝਨ ਗਇਓ। ਉਸ ਵੇਲੇ ਸਤਿਗੁਰੂ ਦਾ ਹੁਕਮ ਮੰਨ ਕੇ ਚੋਬਦਾਰ ਜਿਹੜਾ ਪਹਿਰੇਦਾਰ ਖੜਾ ਸੀ, ਹੱਥ ਵਿੱਚ ਵਰਸ਼ਾ ਫੜ ਕੇ, ਸੋਨੇ ਦਾ ਸੋਟਾ ਫੜ ਕੇ, ਸੋ ਉਹ ਜਾ ਕੇ ਪੁੱਛਣ ਵਾਸਤੇ ਪਹੁੰਚਿਆ। ਨਿਕਟ ਹੋਏ ਸਭ ਉਚਰਤ ਭਇਓ। ਜਦੋਂ ਇਹਨੇ ਪੁੱਛਿਆ ਵੀ ਦੱਸ ਭਾਈ ਤੈਨੂੰ ਕੀ ਦੁੱਖ ਹੈ, ਤਾਂ ਇਹਨੇ ਨੇੜੇ ਹੋ ਕੇ ਸਭ ਕੁਝ ਦੱਸਿਆ। ਹੋਰ ਹੁਸ਼ਿਆਰ ਨਿਕਟ ਇੱਕ ਬਸੀ। ਕਹਿੰਦਾ ਖਾਲਸਾ ਜੀ, ਹੁਸ਼ਿਆਰਪੁਰ ਦੇ ਨੇੜੇ ਇੱਕ ਬਸਤੀ ਹੈ ਜਿਹਦਾ ਨਾਮ ਬਸੀ ਹੈ ਪਿੰਡ ਦਾ। ਵਸੈ ਪਠਾਨ ਤਹਾਂ ਮਤ ਨਸੇ। ਉੱਥੇ ਇੱਕ ਪਠਾਨ ਰਹਿੰਦਾ ਜਾਬਰ ਖਾਨ, ਜਿਹਦੀ ਮੱਤ ਮਾਰੀ ਗਈ ਹੈ। ਮੈਂ ਮੁਕਲਾਏ ਬਧੂ ਕੋ ਡੋਰਾ। ਗੁਰੂ ਕਾ ਖਾਲਸਾ ਕਹਿੰਦਾ ਵੀ ਹੋਇਆ ਕੀ ਹੈ। ਕਹਿੰਦਾ ਖਾਲਸਾ ਜੀ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ, ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਲੈ ਕੇ ਆ ਰਿਹਾ ਸੀ ਡੋਰਾ ਡੋਲੇ ਦੇ ਵਿੱਚ, ਗਵਨਤ ਜਾਤ ਅਮਨ ਕਰ ਓਰਾ। ਤੇ ਮੈਂ ਜਾ ਰਿਹਾ ਸੀ ਰਸਤੇ ਵਿੱਚ ਆਪਣੇ ਘਰ ਵੱਲ ਨੂੰ। ਗਰੀਬ ਲੋਕਨਾ ਦਿਲ ਮਮਦਾਰਾ। ਜਦੋਂ ਮੈਂ ਇਸ ਦੇ ਕੋਲੋਂ ਦੀ ਲੰਘਣ ਲੱਗਿਆ ਤੇ ਇਹ ਜਾਬਰ ਖਾਨ ਪਠਾਨ ਨੇ ਮੇਰੀ ਘਰ ਵਾਲੀ ਨੂੰ ਦੇਖਿਆ। ਸੀਨ ਭਰਿਓ ਦੇ ਸਦਨ ਮਝਾਰਾ। ਤੇ ਕਹਿੰਦਾ ਖਾਲਸਾ ਜੀ ਇਹਨੇ ਮੇਰੀ ਘਰ ਵਾਲੀ ਮੇਰੇ ਤੋਂ ਖੋਹ ਲਈ ਤੇ ਲੈ ਕੇ ਆਪਣੇ ਘਰ ਚਲਿਆ ਗਿਆ। ਮੈਂ ਜਬ ਉੱਚੇ ਕੀਨ ਪੁਕਾਰਾ। ਜਦੋਂ ਮੈਂ ਉੱਚੀ ਉੱਚੀ ਕੂਕ ਪੁਕਾਰ ਕੀਤੀ, ਨਾਤੇ ਮੈਂ ਆਇਓ ਬਹੁ ਮਾਰਾ। ਕਹਿੰਦੇ ਇਹਨੇ ਜਾਬਰ ਖਾਨ ਨੇ ਆਪਣੇ ਬੰਦੇ ਭੇਜੇ, ਉਹਨਾਂ ਨੇ ਆ ਕੇ ਮੈਨੂੰ ਫੜ ਲਿਆ ਤੇ ਮੇਰੀ ਬਹੁਤ ਕੁੱਟਮਾਰ ਕਰਵਾਈ। ਇਸੇ ਤੇ ਮੈਂ ਕੋ ਤਨ ਟਿਕ ਗਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਤਿਸ ਹਿੱਤ, ਆਪਣੀ ਉਹ ਘਰ ਵਾਲੀ ਦੇ ਹਿੱਤ ਕਰਕੇ ਵੀ ਉਹ ਮੈਨੂੰ ਮਿਲ ਜਾਵੇ, ਉਹਨੂੰ ਮੈਂ ਉੱਥੋਂ ਛੁਡਾ ਲਵਾਂ, ਇਸ ਕਰਕੇ ਮੈਂ ਬਹੁਤ ਸਾਰਿਆਂ ਦੇ ਕੋਲ ਗਿਆ। ਦੁਰਗ ਜਹਾਂ ਕੈ ਧਨ ਤਿਨ ਦਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਕੋਲੇ ਵੀ ਮੈਂ ਗਿਆ, ਇਹ ਤੁਰਕੜੇ ਨੇ ਕੀ ਕੀਤਾ, ਉੱਥੇ ਉਹਨਾਂ ਨੂੰ ਵੱਡੀ ਰਿਸ਼ਵਤ ਦੇਤੀ, ਧਨ ਦੇ ਦਿੱਤਾ, ਤੇ ਜਿੱਥੇ ਜਿੱਥੇ ਵੀ ਮੈਂ ਗਿਆ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਨਹੀਂ ਫਿਰਾਦ ਲਗਨ ਕਿਤ ਦੀਨਾ। ਮਹਾਰਾਜ ਮੇਰੀ ਤਾਂ ਇਹਨੇ ਫਰਿਆਦ ਹੀ ਕਿਸੇ ਤੱਕ ਨਹੀਂ ਪਹੁੰਚਣ ਦਿੱਤੀ, ਪਹਿਲਾਂ ਹੀ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ, ਪੈਸਾ ਧਨ ਦੇ ਕੇ ਮੇਰੀ ਕੂਕ ਪੁਕਾਰ, ਮੇਰੀ ਫਰਿਆਦ, ਮੇਰੀ ਬੇਨਤੀ ਪਹੁੰਚਣ ਨਹੀਂ ਦਿੱਤੀ। ਜਿਉਂ ਜਤਨ ਅਨਕ ਮੈਂ ਕੀਨਾ। ਜਿਵੇਂ ਕਿਵੇਂ ਕਰਕੇ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ, ਕਾਜੀ ਕੋਟ ਵਾਰ ਟਿਕ ਫਿਰਿਓ। ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਮੁਸਲਮਾਨਾਂ ਦੇ ਜਿਹੜੇ ਜੱਜ ਕਾਜੀ ਹੈ, ਧਰਮ ਦੇ ਰਾਖੇ, ਨਿਆਂ ਕਰਨ ਵਾਲੇ, ਉਹਨਾਂ ਨਿਆਂਕਾਰੀਆਂ ਦੇ ਕੋਲ ਵੀ ਗਿਆ ਤੇ ਇਹਨਾਂ ਦੇ ਕੋਟਵਾਰ ਜੋ ਕਿਲਿਆਂ ਦੀ ਰਾਖੀ ਕਰਨ ਵਾਲੇ ਕੋਤਵਾਲ ਹਨ, ਕੋਟ ਨਾਮ ਕਿਲੇ ਦਾ ਵਾਰ ਜਿਹੜਾ ਉਹਦੀ ਵਾੜ ਕਰਨ ਵਾਲਾ, ਰਾਖੀ ਕਰਨ ਵਾਲਾ, ਇਸੇ ਨੂੰ ਕੋਟਵਾਰ ਜਾਂ ਕੋਤਵਾਲ ਵੀ ਕਹਿੰਦੇ ਹੈ। ਕਹਿੰਦਾ ਮੈਂ ਤਾਂ ਇਹਨਾਂ ਦੇ ਕੋਤਵਾਲਾਂ ਤੇ ਕਾਜ਼ੀਆਂ, ਨਿਆਂਕਾਰੀ ਜੱਜਾਂ ਦੇ ਕੋਲ ਵੀ ਬਹੁਤ ਤੁਰਿਆ ਫਿਰਿਆ, ਇਨਹੂ ਨਿਆਓ ਨਾ ਵੇਰੋ ਕਰਿਓ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਨੇ ਮੇਰਾ ਨਿਆਂ ਨਹੀਂ ਕੀਤਾ, ਇਨਸਾਫ ਨਹੀਂ ਕੀਤਾ। ਲੱਗ ਕੇ ਗੁਰ ਹਿੰਦੁਨ ਸਿਰ ਮੋਰਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਹਿੰਦੂਆਂ ਦੇ ਸਿਰ ਮੌਰ ਜਾਣ ਕੇ, ਸਿਰ ਮੌਰ, ਸਿਰ ਦੇ ਉੱਤੇ ਜੋ ਮੌਲ ਕਹੀਏ ਮੁਕਟ ਹੁੰਦਾ ਹੈ, ਸਭ ਤੋਂ ਉੱਚਾ ਗਹਿਣਾ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਸਿਰ ਦੇ ਮੁਕਟ, ਸਿਰ ਦੇ ਤਾਜ ਜਾਣ ਕਰਕੇ ਆਪ ਜੀ ਨੂੰ ਪਰਮ ਦੁਖੀ ਆਇਓ ਇਸ ਥੋਰਾ।
ਬੜਾ ਭਾਰੀ ਦੁਖੀ ਹੋ ਕੇ ਮੈਂ ਇਸ ਜਗ੍ਹਾ ਆਇਆ ਹਾਂ। ਸਭ ਬਿਰਤਾਂਤ ਸੁਣ ਕੇ ਹਟ ਗਇਓ। ਸੋ ਇਹ ਜਿਹੜਾ ਸਾਰਾ ਬਿਰਤਾਂਤ ਸੀ ਨਾ, ਸਾਰੀ ਕਹਾਣੀ ਜਦੋਂ ਗੁਰੂ ਕੇ ਖਾਲਸੇ ਨੂੰ ਇਹ ਸਿੱਖ ਨੇ ਦੱਸੀ ਤਾਂ ਉਹ ਤੋਂ ਸੁਣ ਕੇ ਸਤਿਗੁਰੂ ਜੀ ਕੋਲ ਪਿੱਛੇ ਉਹ ਖਾਲਸਾ ਮੁੜ ਗਿਆ। ਗੁਰੂ ਸਮੀਪ ਨਵੇਦਤ ਭਇਓ। ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਉਹਦੀ ਬੇਨਤੀ ਨਿਵੇਦਨ ਦੱਸ ਦਿੱਤਾ। ਸੁਣ ਜਿਸ ਕੋ ਤਬ ਨਿਕਟ ਬੁਲਾਇਓ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਣ ਕੇ ਕਹਿੰਦੇ ਭਾਈ ਉਹ ਦਿਜ ਨੂੰ, ਉਹ ਬ੍ਰਾਹਮਣ ਨੂੰ ਇੱਥੇ ਦਰਬਾਰ ਵਿੱਚ ਲੈ ਆਓ। ਪਹਿਲਾਂ ਗੁਰੂ ਕੇ ਖਾਲਸੇ ਕੋਲ ਇਹਨੇ ਸਾਰੀ ਗੱਲਬਾਤ ਦੱਸੀ। ਖਾਲਸੇ ਨੇ ਜਾ ਕੇ ਗੁਰੂ ਸਾਹਿਬ ਨੂੰ ਦੱਸਿਆ। ਚੋਬਦਾਰ ਤੋਂ ਗੱਲ ਸੁਣ ਕੇ ਸਤਿਗੁਰੂ ਕਹਿੰਦੇ ਭਾਈ ਉਹਨੂੰ ਅੰਦਰ ਬੁਲਾ ਕੇ ਲੈ ਆਓ। ਹਾਥ ਜੋੜ ਗੁਰ ਸਨਮੁਖ ਆਇਓ। ਇਹ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਆ ਗਿਆ। ਜੀਵੀ ਦਾਵਾ ਸਭ ਬਿਰਤਾਂਤ। ਜਿਵੇਂ ਇਹਦੀ ਘਰ ਵਾਲੀ ਬ੍ਰਾਹਮਣੀ ਉਹ ਤੁਰਕ ਨੇ ਖੋਹ ਲਈ ਸੀ, ਉਹਨੇ ਸਾਰਾ ਵਰਤਾਂਤ ਹਾਲ ਦੱਸਿਆ। ਭਇਓ ਸੁਨਾਵਨ ਗੁਣ ਭਗਵੰਤਾ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੁਣਾ ਕੇ ਕਹਿਣ ਲੱਗੇ, ਸ੍ਰੀ ਪ੍ਰਭ ਕੈ ਅਬ ਤ੍ਰਿਗ ਕੋ ਪਾਹੋ। ਇਹ ਸਤਿਗੁਰੂ ਜੀ ਨੂੰ ਸੁਣਾਇਆ ਇਹਨੇ ਸਾਰਾ ਹਾਲ, ਤੇ ਸਤਿਗੁਰੂ ਜੀ ਨੂੰ ਸੁਣਾ ਕੇ ਕਹਿਣ ਲੱਗਾ, ਹੇ ਸੁਆਮੀ ਜੀ, ਹੇ ਮਾਲਕ ਜੀ, ਸ੍ਰੀ ਪ੍ਰਭ ਕਹਿ ਅਬ ਤ੍ਰਿਆ ਕੋ ਪਾਉ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂ ਤਾਂ ਕਹਿੰਦਾ ਮੈਂ ਹੁਣ ਆਪਣੀ ਉਹ ਘਰ ਵਾਲੀ ਨੂੰ ਪ੍ਰਾਪਤ ਕਰਾਂਗਾ, ਨਤ ਮੈਂ ਦਵਾਰ ਅਗਰ ਜਲ ਜਾਹੋ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦਰਵਾਜ਼ੇ ਦੇ ਉੱਤੇ ਅੱਗ ਲਾ ਕੇ ਜਲ ਜਾਵਾਂਗਾ, ਸੜ ਜਾਵਾਂਗਾ। ਜੀਵਨ ਧਰਮ ਨਹੀਂ ਅਬ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਘਰ ਵਾਲੀ ਖੋਹ ਲਈ ਉਹਨੇ, ਤੇ ਮੇਰੀ ਕੋਈ ਇੱਜ਼ਤ ਪਤ ਨਹੀਂ ਰਹੀ, ਤੇ ਜੀਵਨ ਧਰਮ ਨਹੀਂ ਅਬ ਮੇਰਾ। ਕਹਿੰਦਾ ਹੁਣ ਤਾਂ ਜਿਉਣਾ ਮੇਰਾ ਧਰਮ ਨਹੀਂ ਰਹਿ ਗਿਆ। ਤੁਮ ਬਿਨ ਜਤਨ ਨਹੀਂ ਕੋ ਹੀਰਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਮੈਨੂੰ ਹੁਣ ਕੋਈ ਹੋਰ ਯਤਨ ਹੀਲਾ ਵਸੀਲਾ ਵੀ ਨਜ਼ਰ ਨਹੀਂ ਆ ਰਿਹਾ। ਸੁਨ ਕਲਗੀਧਰ ਧੀਰਜ ਦੀਨਾ। ਉਸ ਵੇਲੇ ਦੀ ਬੇਨਤੀ ਪੁਕਾਰ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੌਸਲਾ ਦਿੱਤਾ। ਜਰੋ ਨਾ ਦੁੱਖ ਚਿੰਤਾ ਕਰ ਲੀਨਾ। ਕਹਿੰਦੇ ਉਹ ਭਾਈ ਬਾਹਮਣਾ, ਕਹਿੰਦੇ ਕਾਹਦੇ ਵਾਸਤੇ ਤੂੰ ਐਵੇਂ ਜਲਨ ਸੜਨ ਦੀਆਂ ਗੱਲਾਂ ਕਰਦਾ ਹੈ? ਕਹਿੰਦੇ ਕੋਈ ਨਹੀਂ, ਦੁੱਖ ਚਿੰਤਾ ਕਰਹੀਨ। ਕਹਿੰਦੇ ਤੇਰਾ ਸਾਰਾ ਦੁੱਖ ਜਿਹੜਾ ਚਿੰਤਾ ਇਹਨੂੰ ਅਸੀਂ ਨਾਸ਼ ਕਰ ਦੇਵਾਂਗੇ। ਜਤਨ ਤੋ ਦਾਰਾ ਹੇਤਾ। ਕੋਈ ਨਹੀਂ, ਕਹਿੰਦੇ ਸਾਰੀ ਚਿੰਤਾ ਸਾਰੇ ਤੂੰ ਇਹ ਤੌਖਲੇ ਤਿਆਗ ਦੇ। ਜਿਹੜੀ ਤੇਰੀ ਦਾਰਾ, ਜਿਹੜੀ ਤੇਰੀ ਬ੍ਰਾਹਮਣੀ ਹੈ ਨਾ, ਉਹ ਯਤਨ ਕਰਦੇ ਆ, ਅਸੀਂ ਕੋਈ ਕਰਦੇ ਆ ਹੀਲਾ ਲਿਆ ਕੇ ਤੈਨੂੰ ਦੇਵਾਂਗੇ। ਜਿਉਂ ਕਿਉਂ ਕਰ ਲੈ ਦੇਹ ਨਕੇਤਾ। ਜਿਵੇਂ ਕਿਵੇਂ ਵੀ ਕਹਿੰਦੇ ਲਿਆ ਕੇ ਤੇਰੇ ਘਰ ਵਾੜ ਦੇਵਾਂਗੇ, ਤੈਨੂੰ ਸੌਂਪ ਦੇਵਾਂਗੇ। ਇਸਨ ਪੁੱਤਰ ਵਿਸਾਲ ਬੁਲਾਇਓ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਵਿਸਾਲ ਬੁਲਾਇਓ। ਵਿਸਾਲ ਵੱਡਾ ਜਿਹੜਾ ਸੁਪੁੱਤਰ ਹੈ, ਵੱਡਾ ਸਾਹਿਬਜ਼ਾਦਾ ਸਾਹਿਬ ਅਜੀਤ ਸਿੰਘ ਜੀ ਨੂੰ ਬੁਲਾਇਆ। ਸੁਨਤ ਹੁਕਮ ਕੋ ਟਿਕ ਟਿਕ ਆਇਓ। ਜਦੋਂ ਹੀ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਪਿਤਾ ਜੀ ਦੇ ਪਾਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹੁੰਚੇ। ਵਰਨ ਅਵਸਥਾ ਜਿਸ ਤਨ ਸੋ ਹੈ। ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦੀ ਤਰਨ ਅਵਸਥਾ ਹੈ, ਜਵਾਨ ਹਨ, ਜਵਾਨੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਸ਼ੋਭਾ ਪਾ ਰਹੀ ਹੈ। ਜਨ ਅਰਜਨ ਸੁਤ ਮੰਨੋ ਹੋਵੈ। ਹਾਂ, ਜਿਵੇਂ ਅਰਜਨ ਬਲਕਾਰੀ ਯੋਧੇ ਦੇ ਕੋਲ ਉਹਦਾ ਪੁੱਤਰ ਅਭਿਮਨੂ ਹੁੰਦਾ ਨਾ, ਇਉਂ ਸਤਿਗੁਰੂ ਜੀ ਦੇ ਪਾਸ ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਆ ਕੇ ਸ਼ੋਭਾ ਪਾ ਰਹੇ ਹਨ। ਖੜਕ ਸਿਮਰ ਜੇ ਅੰਗ ਲਗਾਹੇ। ਹਾਂ, ਕਵੀ ਜੀ ਨੇ ਫਿਰ ਉਹ ਸਾਰਾ ਸੀਨ ਚਿਤਰਿਆ ਕਿ ਕਿਵੇਂ ਉਹ ਦ੍ਰਿਸ਼ ਦਿਖਾਇਆ ਵੀ ਕਿਵੇਂ ਸਾਹਿਬਜ਼ਾਦਾ ਜੀ ਆਏ। ਕਹਿੰਦੇ ਉਹਨਾਂ ਦੇ ਤਨ ਦੇ ਉੱਤੇ ਸੁੰਦਰ ਢਾਲਾ, ਸੁੰਦਰ ਕਿਰਪਾਨ ਉਹਨਾਂ ਦੇ ਸਰੀਰ ਦੇ ਉੱਤੇ ਪਹਿਨੀ ਹੋਈ ਸ਼ੋਭਾ ਪਾ ਰਹੀ ਹੈ, ਅੰਗ ਲਾਈ ਹੋਈ ਆ ਉਹਨਾਂ ਨੇ। ਅਧਿਕ ਸਪੂਤ ਸੁੰਦਰੀ ਜਾਹੇ। ਹਾਂ, ਜਿਹੜੇ ਵੱਡੇ ਸੁਪੁੱਤਰ ਹਨ, ਸੋ ਪਹਿਲੇ ਸੁਪੁੱਤਰ ਹਨ ਅਧਿਕ ਸਪੂਤ ਸੁੰਦਰੀ ਜਾਏ, ਜਿਹੜੇ ਕਿ ਬੀਬੀ ਸੁੰਦਰੀ ਜੀ ਦੇ ਜਾਏ ਹੋਏ ਹਨ, ਮਾਤਾ ਸੁੰਦਰੀ ਜੀ ਦੇ ਵੱਡੇ ਸੁਪੁੱਤਰ। ਸਕਲ ਕੁਟੰਬ ਮੋਦ ਕੋ ਦਾਇਕ। ਹਾਂ, ਜਿਹੜੇ ਸਾਰੇ ਪਰਿਵਾਰ ਨੂੰ ਆਨੰਦ ਖੁਸ਼ੀ ਦੇਣ ਵਾਲੇ ਹਨ। ਮਿੱਤਰਨ ਸੁਹਦ ਸ਼ਤਰਨ ਤਨ ਘਾਇਕ। ਮਿੱਤਰਾਂ ਨੂੰ ਸੁੱਖ ਦੇਣ ਵਾਲੇ ਅਤੇ ਸ਼ਤਰੂਆਂ ਦੇ ਦਲਾਂ ਨੂੰ ਘਾਇਕ ਮਾਰਨ ਵਾਲੇ, ਨਾਸ਼ ਕਰਨ ਵਾਲੇ ਹਨ। ਤੇ ਜਿਨ੍ਹਾਂ ਦੇ ਨੇਤਰ ਬੜੇ ਚੰਚਲ ਹਨ ਤੇ ਮੋਟੀਆਂ-ਮੋਟੀਆਂ ਅੱਖਾਂ, ਮੋਟੇ ਵੱਡੇ ਨੇਤਰ ਹਨ। ਹਾਂ, ਜਿਵੇਂ ਪਿਤਾ ਜੀ ਦੇ ਵਿੱਚ ਗੁਣ ਹੈ, ਇਸੇ ਪ੍ਰਕਾਰ ਦੇ ਸਾਰੇ ਗੁਣ ਜਿਹੜੇ
ਸਾਹਿਬਜ਼ਾਦਾ ਅਜੀਤ ਸਿੰਘ ਵਿੱਚ ਦਿਖਾਈ ਦਿੰਦੇ ਹਨ। ਸਭਾ ਮਝਾਰ ਗੁਰੂ ਕੇ ਆਇਓ ਦੀਵਾਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਕੋਲ ਆਏ। ਉਡਗਨ ਰਾਸਤ ਸਮਦ ਰਸਾਇਓ ਉਡਗਨ ਜਿਹੜੇ ਤਾਰੇ ਹੈ, ਜਿਵੇਂ ਤਾਰਿਆਂ ਦੇ ਵਿੱਚ ਰਵੀ ਅਤੇ ਸਸੀ, ਚੰਦਰਮਾ ਅਤੇ ਸੂਰਜ ਸ਼ੋਭਾ ਪਾਉਂਦੇ ਆ ਨਾ, ਇਸੇ ਪ੍ਰਕਾਰ ਤਾਰਿਆਂ ਰੂਪੀ ਸਿੱਖ ਬੈਠੇ ਹੈ ਸਭਾ ਵਿੱਚ, ਤੇ ਸੂਰਜਵਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਮੋ ਸੂਰਜ ਸੂਰਜੇ, ਤੇ ਇਸੇ ਪ੍ਰਕਾਰ ਚੰਦਰਮਾ ਦੇ ਵੱਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ੋਭਾ ਪਾ ਰਹੇ ਹਨ। ਪਿਤਾ ਗੁਰੂ ਕੇ ਪਦ ਕਰ ਨਮੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਸਾਦਰ ਬੈਠ ਗਇਓ ਤੇ ਸਮੋ ਬਹੁਤ ਹੀ ਆਦਰ ਸਤਿਕਾਰ ਸਹਿਤ ਉਸ ਵੇਲੇ ਸਤਿਗੁਰੂ ਜੀ ਦੇ ਕੋਲ ਬੈਠ ਗਏ। ਸਰਬ ਸਭਾ ਸਦ ਬੰਦਨ ਕੀਨਾ ਸਾਰੀ ਸਭਾ ਦੇ ਵਿੱਚ ਜਿੰਨੀ ਸੰਗਤ ਹਾਜ਼ਰ ਹੈ, ਉਹਨਾਂ ਨੇ ਸਾਹਿਬਜ਼ਾਦਾ ਜੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ। ਦੇਖ ਦੇਖ ਤੇ ਸਮਾਨ ਸੁਨੀਨਾ ਤੇ ਸਾਹਿਬਜ਼ਾਦਾ ਜੀ ਨੇ ਸਾਰਿਆਂ ਵੱਲ ਨਜ਼ਰ ਘੁਮਾਈ, ਦੇਖ ਦੇਖ ਕੇ ਸਾਰਿਆਂ ਦੀ ਬੰਦਨਾ ਨਮਸਕਾਰ ਕਬੂਲ ਕੀਤੀ। ਸਪੂਤ ਕੋ ਹੁਕਮ ਬਖਾਨਾ ਉਸ ਵੇਲੇ ਆਪਣੇ ਪੁੱਤਰ ਨੂੰ ਕੋਲ ਆਇਆ ਵੇਖ ਕੇ ਸਤਿਗੁਰੂ ਸਾਹਿਬ ਜੀ ਨੇ ਆਗਿਆ ਕੀਤੀ। ਇਹੋ ਸਿੰਘ ਸੰਗ ਕਰੋ ਪਿਆਨਾ ਕਹਿੰਦੇ ਖਾਲਸਾ ਜੀ, ਕੁਝ ਸਿੰਘ ਨਾਲ ਲੈ ਲਓ, ਸਿੰਘਾਂ ਦਾ ਜਥਾ ਲੈ ਲਓ ਤੇ ਹੁਣੇ ਹੀ ਚਾਲਾ ਮਾਰੋ। ਬਲੀ ਤਰੰਗਮ ਪਰ ਸੁਖ ਜੀਨਾ ਬਲੀ ਤਕੜੇ ਘੋੜੇ ਦੇ ਉੱਤੇ ਚੰਗੀ ਤਰ੍ਹਾਂ ਕਾਠੀ ਪਾ ਲਵੋ, ਹਰ ਖਬਰੇ ਤਰ ਕਹਿ ਤਨ ਪੀਨਾ ਤੇ ਇਸ ਪ੍ਰਕਾਰ ਕਹਿੰਦੇ ਖਰ ਖਪਰੇ ਜਿਹੜੇ ਤਿੱਖੇ ਤੀਰ ਹੈ, ਚੌੜੇ ਮੂੰਹਾਂ ਵਾਲੇ ਤੀਰ ਕਹਿੰਦੇ, ਤੇ ਇਸੇ ਪ੍ਰਕਾਰ ਚੰਗੇ ਜਿਹੜੇ ਧਨੁੱਖ ਹਨ ਉਹ ਨਾਲ ਲੈ ਲਵੋ। ਦੇਖੋ ਦੁਖ ਸ਼ੀਲੀ ਖਨਦਾਰਾ ਹਾਂ, ਇਹ ਜਿਹੜਾ ਬ੍ਰਾਹਮਣ ਹੈ ਇਹ ਬੜਾ ਦੁਖੀ ਹੈ, ਇਹਨੂੰ ਦੁੱਖ ਹੈ ਕਿਉਂਕਿ ਇਹਦੀ ਜਿਹੜੀ ਘਰ ਵਾਲੀ ਹੈ ਉਸ ਮੂਰਖ ਜਿਹੜਾ ਜਾਬਰ ਖਾਂ ਪਠਾਨ ਹੈ ਉਹਨੇ ਖੋਹ ਲਈ ਹੈ, ਦੋਹੀ ਦੀਨਾ ਦੀਨ ਲਖ ਮਾਰਾ ਤੇ ਇਹਨੇ ਇੱਥੇ ਆ ਕੇ ਦੁਹਾਈ ਦਿੱਤੀ ਹੈ ਗੁਰੂ ਕੇ ਖਾਲਸੇ ਦੇ ਦਰਬਾਰ ਦੇ ਵਿੱਚ। ਇਹਨੇ ਦੁਹਾਈ ਕੀਤੀ ਹੈ ਤੇ ਬੜਾ ਮਾੜਾ ਇਹਦਾ ਹਾਲ ਹੋਇਆ ਹੈ। ਸੋ ਅਸੀਂ ਦੇਖਿਆ ਕਿ ਇਹ ਬੜਾ ਦੀਨ ਹੈ, ਬੜਾ ਜਿਹੜਾ ਲੋੜਵੰਦ ਹੈ, ਸਹਾਇਤਾ ਇਹਦੀ ਕਰਨੀ ਚਾਹੀਦੀ ਹੈ। ਬਸੀ ਬਸੀ ਇੱਕ ਕਿਸਮੈ ਬਸੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਫਿਰ ਦੱਸਦੇ ਹੈ, ਕਹਿੰਦੇ ਇੱਕ ਬਸਤੀ ਜਿਹਦਾ ਨਾਮ ਬਸੀ ਹੈ, ਕਹਿੰਦੇ ਉਸ ਜਗ੍ਹਾ ਦੇ ਉੱਤੇ ਕਹਿੰਦੇ ਉਹ ਪਠਾਨ ਵਸਦਾ ਹੈ। ਆਏ ਖੁਸ਼ੀ ਜੁਤ ਹਸੇ ਲੋਕਾਂ ਨਾਲ ਅਨਿਆਏ ਕਰਦਾ ਹੈ, ਬੇਇਨਸਾਫੀ ਕਰਦਾ ਤੇ ਖਿੜਖੜਾ ਕੇ ਹੱਸਦਾ ਹੈ। ਆਨਹੋ ਦੇਖੀ ਤ੍ਰਿਆਸ ਮੇਤਾ ਸਤਿਗੁਰੂ ਜੀ ਕਹਿੰਦੇ ਲੈ ਆਓ ਫੜ ਕੇ ਇਹਦੀ ਘਰਵਾਲੀ ਬ੍ਰਾਹਮਣੀ ਦੇ ਸਮੇਤ, ਉਹਨਾਂ ਦੋਵਾਂ ਨੂੰ ਇੱਥੇ ਲੈ ਆਓ। ਪਹੁੰਚਤ ਘੇਰੋ ਜਾਏ ਕੇ ਅਚਾਨਕ ਹੀ ਜਾ ਕੇ ਘੇਰਾ ਪਾ ਲਓ ਉਹਦੇ ਘਰ ਨੂੰ। ਆਵਤ ਜਾਤ ਨਾ ਬਿਲਮ ਲਗਾਓ ਬਸ ਆਉਂਦਿਆਂ ਜਾਂਦਿਆਂ ਦੇਰੀ ਨਹੀਂ ਕਰਨੀ, ਤਟ ਫਾਟੀ ਤੁਸੀਂ ਜਾ ਕੇ ਇਹ ਹੱਲਾ ਕਰਨਾ ਹੈ। ਮੈਂ ਦੋਨੋਂ ਕੋ ਦੂਰ ਨ ਲਿਆਓ ਹਾਂ, ਦੋਵਾਂ ਨੂੰ ਕਹਿੰਦੇ ਇੱਥੇ ਜਲਦੀ ਨਾਲ ਲੈ ਕੇ ਆਵੋ। ਤਾ ਹੁਕਮ ਕੋ ਸੁਣ ਪਦ ਬੰਦੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਸੁਣ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ। ਤੁਰਤ ਤਿਆਰ ਹੋਏ ਹਿਰਦੈ ਮਨ ਵਿੱਚ ਬਹੁਤ ਖੁਸ਼ੀ ਧਾਰਨ ਕਰਕੇ ਤੁਰੰਤ ਤਿਆਰੀ ਕਰ ਲਈ। ਸੋ ਸਵਾਰ ਸਿੰਘ ਚੜ ਚਾਲੇ ਇਸ ਪ੍ਰਕਾਰ 100 ਘੋੜ ਅਸਵਾਰ ਸਿੰਘਾਂ ਨੂੰ ਨਾਲ ਲੈ ਕੇ ਚਾਲਾ ਮਾਰਿਆ, ਵਾਲਾ ਬਮਣੀ ਹੱਥ ਸੰਭਾਲੇ ਤੇ ਜਵਾਲਾ ਬਮਣੀਆਂ ਜਿਹੜੀਆਂ ਮੂੰਹ ਚੋਂ ਅੱਗ ਉਗਲਣ ਵਾਲੀਆਂ ਬੰਦੂਕਾਂ ਵੀ ਇਹਨਾਂ ਨੇ ਨਾਲ ਸੰਭਾਲ ਲਈਆਂ। ਸੋ ਇਸ ਪ੍ਰਕਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 100 ਸਿੰਘਾਂ ਦੇ ਸਮੇਤ, ਜਿਵੇਂ ਇਹ ਦਿਜ ਬ੍ਰਾਹਮਣ ਦੀ ਦੇਵਦਾਸ ਦੀ ਘਰਵਾਲੀ ਨੂੰ ਜਾਬਰ ਖਾਨ ਦੇ ਕੋਲੋਂ ਛੁਡਾ ਕੇ ਲੈ ਕੇ ਆਉਣਗੇ, ਇਹ ਬਾਕੀ ਰਹਿੰਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸੰਪੂਰਨ ਕਰਾਂਗੇ। ਸੋ ਦੋ ਕੁ ਪੰਕਤੀਆਂ ਰਹਿ ਗਈਆਂ, ਕਰ ਲੈਂਦੇ ਆ ਜੀ। ਚਲੋ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਹੁਕਮ ਨੂੰ ਮੰਨ ਕੇ ਗੁਰੂ ਕੇ ਖਾਲਸੇ ਬਾਬਾ ਅਜੀਤ ਸਿੰਘ ਸਮੇਤ ਚੱਲ ਪਏ। ਕੋ ਜਲ ਉਤਰੇ ਪਾਰ ਸਤੁਦਰਵ ਜਿਹੜਾ ਸਤਲੁਜ ਦਰਿਆ ਹੈ ਉਹਦੇ ਜਲ ਨੂੰ, ਪਾਣੀ ਨੂੰ ਪਾਰ ਕਰ ਲਿਆ। ਦਵੈ ਟਟਕਾ ਬਾਸੁਰ ਤਿਸ ਧਾਰ ਫਿਰ ਕਹਿੰਦੇ 2 ਘੜੀਆਂ ਜਿਹੜਾ ਉਸ ਵੇਲੇ ਦਿਨ ਰਹਿੰਦਾ ਸੀ ਬਾਕੀ, ਵਿਪਰ ਸਾਗਰੇ ਜਿਸ ਮੈਂ ਚਾਲੇ ਉਸ ਵਿਪਰ ਨੂੰ, ਬ੍ਰਾਹਮਣ ਨੂੰ, ਦੇਵਦਾਸ ਨੂੰ ਨਾਲ ਲੈ ਕੇ ਰਾਤ ਨੂੰ ਚੱਲੇ ਹਨ। ਰਾਮ ਰਾਮ ਤੇ ਨਰੇ ਕਾਲੇ ਇਸ ਪ੍ਰਕਾਰ ਪਿੰਡਾਂ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਲੋਕ ਕੱਢ ਲਏ, ਮਨੁੱਖ ਲਏ ਨਾਲ। ਸੋ
ਉਹ ਰਸਤਾ ਦੱਸਣ ਵਾਸਤੇ ਗ੍ਰਾਮ ਗ੍ਰਾਮ ਤੇ ਨਰੈ ਨਿਕਾਲੇ, ਵੀ ਸਾਨੂੰ ਦੱਸੋ ਵੀ ਉਹ ਜਿਹੜਾ ਬਸੀ ਨਗਰ ਹੈ ਉਹ ਹੈ ਕਿਹੜੇ ਪਾਸੇ ਹੈ। ਸੋ ਉਸ ਪਾਸੇ ਨੂੰ ਰਸਤਾ ਦੱਸਣ ਵਾਸਤੇ ਪਿੰਡਾਂ ਵਿੱਚੋਂ ਵੀ ਕਈ ਲੋਕ ਇਹਨਾਂ ਨੇ ਨਾਲ ਜਿਹੜੇ ਰਾਹ ਦੇ ਜਾਣੂ ਸੀ ਉਹ ਲੈ ਲਏ। ਜਿਵੇਂ ਗੁਰੂ ਕਾ ਖਾਲਸਾ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਉਹ ਪਠਾਨ ਦੇ ਕੋਲੋਂ ਜਾਬਰ ਖਾਂ ਕੋਲੋਂ ਦੇਵਦਾਸ ਬ੍ਰਾਹਮਣ ਦੀ ਬ੍ਰਾਹਮਣੀ ਉਹਦੀ ਘਰਵਾਲੀ ਛੁਡਾ ਕੇ ਲਿਆਵੇਗਾ ਤੇ ਇਹਨੂੰ ਵੀ ਗ੍ਰਿਫਤਾਰ ਕਰਕੇ ਨਾਲੇ ਲੈ ਆਵੇਗਾ। ਕੱਲ੍ਹ ਨੂੰ ਇਹ ਪ੍ਰਸੰਗ ਆਪਾਂ ਭਲੀ ਪ੍ਰਕਾਰ ਕਰਕੇ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਸ਼ੁੱਧਤਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ। ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਗ੍ਰਾਮ ਗ੍ਰਾਮ ਤੇ ਨਰੈ ਨਿਕਾਲੇ, ਵਾਹਿਗੁਰੂ ਜੀ ਕਾ ਖਾਲਸਾ।